ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ। ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਿ ਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉद्धਤ ਬੰਦੋਂ ਕਰ ਅਨੁਰਾਗ। ਖਾਲਸੋ ਹੋਵੈ ਖੁਦ ਖੁਦਾ ਜਿਮ ਖੂਬੀ ਖੂਬ ਖੁਦਾਏ। ਆਨ ਨ ਮਾਨੈ ਆਨ ਕੀ ਇਕ ਸੱਚੇ ਬਿਨ ਪਤਸ਼ਾਹੀ। ਏਕ ਹਰੀ ਦਾਸ ਰੂਪ ਗੁਰ ਗ੍ਰੰਥ ਪੰਥ ਕੋ ਬੰਦ। ਗ੍ਰੰਥ ਪੰਥ ਪ੍ਰਕਾਸ਼ ਜਹ ਅਬ ਬਰਨੋ ਸੁਖ ਕੰਦ। ਗ੍ਰੰਥ ਪੰਥ ਪ੍ਰਕਾਸ਼ ਜਹ ਅਬ ਬਰਨੋ ਸੁਖ ਕੰਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗਰੀਬ ਨਵਾਜ ਚਬਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ। ਸਤਿਗੁਰੂ ਜੀ ਦੀ ਅਤੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ ਜੋ ਲੜੀਵਾਰ ਇਤਿਹਾਸ ਗੁਰੂ ਕਾ ਪੰਥ ਖਾਲਸੇ ਦਾ ਆਪਾਂ ਸਰਵਣ ਕਰ ਰਹੇ ਹਾਂ। ਮਹਾਨ ਵਿਦਵਾਨ ਗਿਆਨੀ ਗਿਆਨ ਸਿੰਘ ਜੀ ਜਿਨ੍ਹਾਂ ਦੀ ਲਿਖਤ ਸ੍ਰੀ ਗੁਰੂ ਪੰਥ ਪ੍ਰਕਾਸ਼ ਦੀ ਕਥਾ ਉਹ ਲੜੀਵਾਰ ਆਪਾਂ ਪੜ੍ਹ ਸੁਣ ਰਹੇ ਹਾਂ। ਲੜੀ ਤਹਿਤ ਕੱਲ ਆਪਾਂ ਇੱਥੇ ਤੱਕ ਇਤਿਹਾਸ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦਾ ਅਵਤਾਰ ਹੁੰਦਾ ਉਸ ਤੋਂ ਪਹਿਲਾਂ ਬੇਅੰਤ ਐਸੇ ਮਤ ਹੋਏ ਜਿਨ੍ਹਾਂ ਨੇ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪਾਉਣ ਦੀ ਬਜਾਏ ਆਪੋ ਆਪਣੀਆਂ ਰੀਤਾਂ ਚਲਾਈਆਂ। ਜਾ ਬਿਦ ਤਿਨ ਭੀ ਪੰਥ ਚਲਾਇਓ ਪ੍ਰਭ ਕਾ ਮਾਰਗ ਨਾਹੇ ਜਨਾਇਓ। ਜਿਨ ਜਿਨ ਤਨਕ ਸਿੱਧ ਜਗ ਪਾਈ ਤਿੰਨ ਤਿੰਨ ਆਪਣੀ ਰੀਤ ਚਲਾਈ। ਥੋੜੀ ਬਹੁਤੀ ਕਿਸੇ ਵਿੱਚ ਤਾਕਤ ਸ਼ਕਤੀ ਆ ਗਈ ਉਸੇ ਨੇ ਆਪਣੀਆਂ ਰੀਤੀਆਂ ਆਪਣੀ ਰਸਮੋਂ ਰੀਤੀ ਰਿਵਾਜ ਆਪਣਾ ਮਤ ਸ਼ੁਰੂ ਕਰ ਦਿੱਤਾ। ਉਹ ਸਮਾਂ ਐਸਾ ਕੁਝ ਗਿਆਨੀ ਗਿਆਨ ਸਿੰਘ ਜੀ ਐਸੇ ਹੀ ਕੁਝ ਭਾਵ ਹੋਰ ਦੱਸ ਰਹੇ ਨੇ। ਭਾਈ ਸਾਹਿਬ ਭਾਈ ਗੁਰਦਾਸ ਜੀਆਂ ਨੇ ਵੀ ਜਿਵੇਂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਅਵਤਾਰ ਤੋਂ ਪਹਿਲਾਂ ਦਾ ਸਮਾਂ ਦੱਸਿਆ ਕਿ ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡਰਿਆ। ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਪਾਵਨ ਪਵਿੱਤਰ ਬਾਣੀ ਬਚਿੱਤਰ ਨਾਟਕ ਦੇ ਵਿੱਚ ਵੀ ਇਹ ਸਾਰਾ ਹਾਲ ਬਹੁਤ ਵਿਸਥਾਰ ਨਾਲ ਦੱਸਦੇ ਨੇ। ਇੱਥੇ ਜੋ ਗਿਆਨੀ ਗਿਆਨ ਸਿੰਘ ਜੀ ਦੱਸ ਰਹੇ ਹੈ ਇਹ ਗਿਆਨੀ ਗਿਆਨ ਸਿੰਘ ਜੀ ਦੇ ਜਿਹੜੇ ਐਡੀਸ਼ਨ ਹਨ ਦਿੱਲੀ ਲਾਹੌਰ ਤੇ ਅੰਮ੍ਰਿਤਸਰ ਦੇ ਤਿੰਨ ਪ੍ਰਮੁੱਖ ਐਡੀਸ਼ਨ ਸੀ ਸ੍ਰੀ ਗੁਰੂ ਪੰਥ ਪ੍ਰਕਾਸ਼ ਦੇ। ਇਹਨਾਂ ਦੇ ਵਿੱਚ ਥੋੜਾ ਥੋੜਾ ਲਿਖਤਾਂ ਵਿੱਚ ਫਰਕ ਹੈ ਤੋ ਆਪਾਂ ਨਾਲ ਦੀ ਨਾਲ ਉਹ ਵੀ ਕਿ ਜੋ ਆਪਾਂ ਪੜ੍ਹ ਸੁਣ ਰਹੇ ਹਾਂ ਭਾਸ਼ਾ ਵਿਭਾਗ ਵੱਲੋਂ ਵੀ ਛਾਪਿਆ ਉਹ ਵੀ ਆਪਾਂ ਨਾਲ ਦੀ ਨਾਲ ਹੀ ਵਿਚਾਰ ਕਰ ਰਹੇ ਹਾਂ।
ਹੈ ਤਾਂ ਆਪਾਂ ਇਤਿਹਾਸ ਨੂੰ ਜਾਣਨਾ ਹੈ। ਤੋ ਕੋਸ਼ਿਸ਼ ਇਹੀ ਹੈ ਕਿ ਆਪਣਾ ਲੜੀ ਤਹਿਤ ਵੀ ਤੇ ਨਾਲ ਦੀ ਨਾਲ ਜੇ ਕੁਝ ਆਪਾਂ ਨੂੰ ਲੱਗਦਾ ਹੈ, ਇੱਥੇ ਮਹਿਸੂਸ ਹੁੰਦਾ ਹੈ ਕਿ ਲਿਖਤ ਵਿੱਚ ਥੋੜਾ ਫਰਕ ਹੈ, ਤਾਂ ਦੂਸਰੀ ਲਿਖਤ ਦੀ ਵੀ ਨਾਲ ਹੀ ਵਿਚਾਰ ਲੈਂਦੇ ਹਾਂ। ਆਓ ਪਿਆਰ ਸਤਿਕਾਰ ਨਾਲ ਅੱਗੇ ਜੋ ਕਥਾ ਹੈ ਉਹ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਪ ਕੋਈ ਕਹਾਏ। ਜੋ ਫਿਰ ਪੈਦਾ ਹੋਏ ਉਹਨੇ ਆਪਣੇ ਆਪ ਨੂੰ ਹੀ ਈਸ਼ਵਰ ਕਹਾਉਣਾ ਸ਼ੁਰੂ ਕਰ ਦਿੱਤਾ। ਆਪ ਆਪਣੇ ਰਾਹ ਚਲਾਏ, ਤੇ ਆਪ ਆਪਣਾ ਵੱਖਰਾ ਰਸਤਾ ਵੱਖਰਾ ਮਾਰਗ ਚਲਾ ਲਿਆ। ਦੂਸਰ ਕਾ ਮਤ ਦੂਸਰ ਖੰਡੇ। ਇੱਕ ਦੂਜੇ ਦੇ ਮਤ ਨੂੰ ਦੂਜੇ ਦਾ ਮਤ ਦੂਜਾ ਖੰਡਦਾ ਸੀ, ਭਾਵ ਇੱਕ ਦੂਜੇ ਦੇ ਮਤ ਨੂੰ ਨੀਵਾਂ ਦਿਖਾਉਂਦੇ ਸਨ। ਚਰਚਾ ਕਰੇ ਤੋ ਜਲਪ ਬਤੰਡੇ। ਦੋ ਤਰ੍ਹਾਂ ਦੀ ਇਹ ਚਰਚਾ ਜਿਹੜੀ, ਇੱਕ ਜਲਪ ਜਿਹੜੀ ਹੈ ਜਲਪ ਚਰਚਾ ਹੁੰਦੀ ਹੈ, ਇੱਕ ਬਤੰਡਾ ਚਰਚਾ ਹੁੰਦੀ ਹੈ। ਇਹ ਦੋ ਪ੍ਰਮੁੱਖ ਸਨ। ਜਲਪ ਚਰਚਾ ਕੀ? ਉਹ ਚਰਚਾ ਜਿਹਦੇ ਵਿੱਚ ਆਪਣੇ ਮਤ ਨੂੰ ਆਪਣੇ ਮਾਰਗ ਨੂੰ ਸਹੀ ਦੱਸਣ ਵਾਸਤੇ ਦੂਜੇ ਦੀਆਂ ਦਲੀਲਾਂ ਨੂੰ ਰੱਦ ਕਰਨਾ, ਉਹਨੂੰ ਕਹਿੰਦੇ ਨੇ ਜਾਲਪਾਵਾਦ। ਤੇ ਦੂਜਾ ਹੁੰਦਾ ਵਤੰਡਾਵਾਦ। ਵਤੰਡਾਵਾਦ ਹੁੰਦਾ ਹੈ ਕਿਸੇ ਦੂਜੇ ਦਾ ਪੱਖ ਉਹਨੂੰ ਡੇਗਣ ਵਾਸਤੇ, ਹੌਲਾ ਕਰਨ ਵਾਸਤੇ ਕੋਈ ਛਾਲ ਕਪਟ ਈਰਖਾ ਹਠ ਕਰਨੀ, ਇਹੋ ਜਿਹੀ ਗੱਲ ਕਰਕੇ ਚਰਚਾ ਕਰਨੀ, ਉਹ ਵਤੰਡਾਵਾਦ ਹੁੰਦਾ ਹੈ। ਇਹ ਕੁਝ ਕਰਦੇ ਸਨ। ਜੈਨ ਕਹੈ ਤੁਮ ਵਰਤ ਰਖੀਜੋ। ਜੈਨ ਮਤ ਵਾਲੇ ਇੱਕ ਮਤ ਉਹਨਾਂ ਦਾ ਸੀ, ਉਹ ਕਹਿੰਦੇ ਤੁਸੀਂ ਵਰਤ ਰੱਖੋ। ਪੂਜ ਕਹੈ ਮੁਖ ਪੱਟੀ ਦੀਜੋ। ਜੈਨੀਆਂ ਦਾ ਜਿਹੜਾ ਇੱਕ ਫਿਰਕਾ ਹੈ ਪੂਜਾ ਵਾਲਾ, ਉਹ ਕਹਿੰਦਾ ਸੀ ਮੁਖ ਦੇ ਉੱਤੇ ਪੱਟੀ ਬੰਨ੍ਹ ਕੇ ਰੱਖੋ। ਕਹੈ ਕਪਾਲੀ ਪੀਓ ਸ਼ਰਾਬ। ਇੱਕ ਕਪਾਲੀ ਮਤ ਵਾਲੇ ਨੇ, ਉਹ ਖੋਪੜੀ ਰੱਖਣ ਵਾਲਾ ਮਤ ਹੈ, ਉਹ ਸ਼ਰਾਬ ਪੀਣ ਨੂੰ ਕਹਿੰਦੇ ਸਨ। ਆਮਿਖ ਖਾਏ ਛੁਟੈ ਅਜਾਬ। ਕਹਿੰਦੇ ਮਾਸ ਖਾਣ ਨਾਲ ਦੁੱਖ ਦੂਰ ਹੋ ਜਾਂਦੇ ਹਨ। ਚਾਰ ਵਾਕ ਕਹਿ ਆਤਮ ਦੇਹੂ। ਜਿਹੜੇ ਚਾਰ ਵਾਕੀ ਅਸੀਂ ਬੁੱਧ ਮਤ ਚੋਂ ਪੈਦਾ ਹੋਏ, ਉਹ ਕਹਿੰਦੇ ਸੀ ਦੇਹ ਹੀ ਆਤਮਾ ਹੈ। ਵਿਸ਼ੇ ਭੋਗ ਪੁਰਸਾਰਥ ਇਹੂ। ਇਸ ਤਰ੍ਹਾਂ ਭਾਈ ਉਹਨਾਂ ਪੁਰਸ਼ਾਂ ਦਾ ਇਹ ਉਦਮ ਸੀ ਵਿਸ਼ਿਆਂ ਨੂੰ ਭੋਗਣਾ। ਇਹ ਪੁਰਸਵਾਰਥ ਸੀ, ਪੁਰਸ਼ਾਂ ਦਾ ਅਰਥ ਬਣ ਗਿਆ ਸੀ। ਤਤਮ ਸੀ ਕੋ ਕਹਿ ਬਾਣੀ। ਤਤਮ ਸੀ, ਤਤ ਅਸਮੀ ਦੋ ਸ਼ਬਦਾਂ ਦਾ ਜੋੜ ਹੈ। ਤਤਮ ਸੀ, ਤਤ ਅਸਮੀ ਕੋ ਕਹਿ ਬਾਣੀ। ਤਤ ਅਸਮੀ ਜਿਹੜੇ ਕਹਿੰਦੇ ਸਨ ਈਸ਼ਵਰ ਜੀਵ ਇਹ ਬ੍ਰਹਮ ਰੂਪ ਹਨ। ਤਿੰਨ ਤੇ ਭਏ ਬਹੁਤ ਵੱਧ ਗਿਆਨੀ। ਵੱਧ ਗਿਆਨੀ, ਉਹਨਾਂ ਤੋਂ ਫਿਰ ਬਹੁਤ ਹੀ ਕਰਨੀ ਤੋਂ ਹੀਣੇ ਗਿਆਨੀ ਬਣ ਗਏ। ਕਰਨੀ ਹੈ ਨਹੀਂ ਸੀ, ਗਿਆਨ ਹੀ ਗਿਆਨ ਸੀ। ਪੂਜੋ ਸਿਲਾ ਕਹਿ ਬੈਰਾਗੀ। ਬੈਰਾਗੀਆਂ ਦਾ ਮਤ ਸੀ, ਉਹ ਕਹਿੰਦੇ ਸਿਲਾ ਦੀ ਪੂਜਾ ਕਰੋ। ਕਹਿ ਸੰਨਿਆਸੀ ਹੋਵੋ ਤਿਆਗੀ। ਜਿਹੜੇ ਸੰਨਿਆਸੀ ਸਨ ਉਹ ਕਹਿੰਦੇ ਤਿਆਗ ਕਰੋ। ਸਿਖਾ ਸੂਤ ਤਜ ਮੂੰਡ ਮੁੰਡੀਜੈ। ਸਿਖਾ ਨਾਮ ਹੈ ਬੋਧੀ ਦਾ, ਸੂਤ ਨਾਮ ਜਨੇਊ ਦਾ। ਇਹ ਸਿਖਾ ਭਾਵ ਬੋਧੀ ਜਨੇਊ ਛੱਡ ਕੇ ਐਨ ਸਿਰ ਮੂੰਹ ਮੁਰੰਡ ਹੋ ਜੋ, ਭਾਵ ਸਿਰ ਮੂੰਹ ਮਨਾ ਦਿਓ। ਦੰਡ ਕਮੰਡਲ ਏਕ ਰਖੀਜੈ। ਆਪਣੇ ਕੋਲ ਇੱਕ ਕਮੰਡਲ ਰੱਖੋ, ਇੱਕ ਡੰਡਾ ਰੱਖੋ। ਇਹ ਹੱਥ ਵਿੱਚ ਰੱਖਣਾ ਡੰਡਾ, ਕੋਲ ਕਮੰਡਲ ਹੈ। ਜੋਗੀ ਕਹੈ ਕਾਨ ਫਰਵਾਵੋ। ਜੋਗੀ ਕਹਿਣ ਲੱਗੇ ਕੰਨ ਪੜਾਓ, ਕੰਨ ਵਿੱਚ ਮੁੰਦਰਾਂ ਪਾਓ। ਤਬ ਹੀ ਸਿੱਧਨ ਕਾ ਪਦ ਪਾਵੋ। ਫੇਰ ਹੀ ਤੁਹਾਨੂੰ ਸਿੱਧ ਪੁਰਸ਼ਾਂ ਦੀ ਪਦਵੀ ਮਿਲ ਸਕਦੀ ਹੈ। ਯਾ ਬਿਦ ਨਿਜ ਨਿਜ ਕਰ ਉਪਦੇਸ਼ੈ।
ਇਸ ਤਰ੍ਹਾਂ ਭਾਈ ਆਪੋ ਆਪਣੇ ਤੌਰ ਤੇ ਉਪਦੇਸ਼ ਕਰਦੇ। ਜਨਪਤ ਆਰਨ ਕਰੇ ਅਸ਼ੇਸ਼ੈ। ਜਨ ਪਰ ਤਾਰਨ ਕਰੇ ਅਸ਼ੇਸ਼ੈ। ਪਰ ਤਾਰਨ ਭਾਵ ਠੱਗਣਾ। ਲੋਕਾਂ ਨੂੰ ਠੱਗਣ ਵਾਸਤੇ ਬਹੁਤ ਤਰ੍ਹਾਂ ਦੇ ਢੰਗ ਤਰੀਕੇ ਵਰਤਦੇ ਸੀ। ਏਕ ਅਦੁੱਤੀ ਈਸ ਹੈ ਜੋਈ। ਇੱਕ ਜੋ ਅਦੁੱਤੀ ਬ੍ਰਹਮ ਇੱਕ ਓੰਕਾਰ ਈਸ਼ਵਰ ਹੈ। ਤਾਹੇ ਪਰਾਇਣ ਕਰੈ ਨਾ ਕੋਈ। ਉਸ ਪ੍ਰਮਾਤਮਾ ਦੇ ਪ੍ਰਾਇਣ ਨਹੀਂ ਕਿਸੇ ਨੂੰ ਕੀਤਾ, ਉਹਦੇ ਆਸਰੇ ਨਹੀਂ ਕਿਸੇ ਨੂੰ ਲਾਇਆ। ਜੋ ਪ੍ਰਭ ਏਕ ਜਗਤ ਕਾ ਕਰਤਾ। ਜੋ ਵਾਹਿਗੁਰੂ ਇੱਕ ਸਾਰੇ ਸੰਸਾਰ ਜਗਤ ਦਾ ਕਰਤਾ ਹੈ। ਸ਼ਰਨਾਗਤ ਕੇ ਬੰਧਨ ਹਰਤਾ। ਜੋ ਭਾਈ ਸ਼ਰਨ ਆਇਆਂ ਦੇ ਬੰਧਨਾਂ ਨੂੰ ਨਾਸ਼ ਕਰ ਦਿੰਦਾ ਹੈ। ਤਾਂ ਕਿ ਭਗਤ ਕੋਏ ਨਾ ਕਰੇ। ਉਹ ਸਮਾਂ ਸੀ ਉਸ ਅਕਾਲ ਪੁਰਖ ਇੱਕ ਪ੍ਰਮਾਤਮਾ ਦੀ ਕੋਈ ਭਗਤੀ ਨਹੀਂ ਸੀ ਕਰਦਾ। ਨਿਜ ਨਿਜ ਮਤ ਮੈਂ ਸਭ ਫਸ ਪਰੇ। ਆਪੋ ਆਪਣੇ ਮਤਾਂ ਵਿੱਚ ਹੀ ਸਾਰੇ ਫਸ ਕੇ ਰਹਿ ਗਏ ਸੀ। ਬਿਨ ਪੂਰੇ ਗੁਰ ਕੈ ਉਪਦੇਸ਼ੈ। ਉਹ ਸਮਾਂ ਪੂਰੇ ਸਤਿਗੁਰੂ ਦੇ ਉਪਦੇਸ਼, ਗੁਰੂ ਦੀ ਮੱਤ ਤੋਂ ਬਿਨਾ ਕੈਸੇ ਕਾਟੈ ਜੀਵ ਕਲੇਸ਼ੈ। ਤਾਂ ਦੱਸੋ ਭਾਈ, ਜੀਵ ਦੇ ਜਿਹੜੇ ਆਤਮਿਕ ਕਲੇਸ਼ ਦੁੱਖ ਨੇ, ਗੁਰੂ ਬਿਨਾ ਫਿਰ ਕੌਣ ਕੱਟਦਾ। ਦੋਹਰਾ ਈਸ ਪਰਾਇਣ ਹੋਨ ਕਾ ਕਹੁ ਮਾਰਗ ਹੈ ਕੌਣ। ਤਾਂ ਇਹ ਹੈ ਕਿ ਈਸ਼ਵਰ ਦੇ ਪ੍ਰਾਇਣ ਹੋਣਾ, ਵਾਹਿਗੁਰੂ ਦੇ ਆਸਰੇ ਰਹਿਣਾ, ਇਹਦਾ ਕਿਹੜਾ ਮਾਰਗ ਹੈ ਇਹ ਦੱਸੋ। ਛੂਟੈ ਬੰਧਨ ਜੀਵ ਕੇ ਲਖੈ ਭਲੇ ਹਮ ਤੌਨ। ਜਿਹਦੇ ਦੁਆਰਾ ਜੀਵ ਦੇ ਬੰਧਨ ਦੂਰ ਹੋ ਜਾਣ, ਬੰਧਨ ਛੁੱਟ ਜਾਣ। ਲਖੈ ਭਲੇ, ਤੇ ਉਸ ਮਾਰਗ ਨੂੰ ਹਮ ਦੇਖ ਲਈਏ, ਜਾਣ ਲਈਏ ਭਲੀ ਪ੍ਰਕਾਰ। ਚੌਪਈ ਸੁਨੋ ਸਰੋਤਾ ਗਨ ਮਨ ਲਾਈ। ਇਹ ਪ੍ਰਸ਼ਨ ਕਰਕੇ ਗਿਆਨੀ ਗਿਆਨ ਸਿੰਘ ਜੀ ਕਹਿੰਦੇ, ਹੇ ਸਰੋਤਾ ਜਨੋ, ਭਾਈ ਮਨ ਲਾ ਕੇ ਸੁਣੋ। ਮਤਾ ਜਥਾਰਤ ਦੇਹੋ ਸੁਨਵਾਈ। ਜੋ ਭਾਈ ਸੱਚੀ ਗੱਲ ਹੈ, ਸੱਚੀ ਮਤ ਹੈ, ਯਥਾਰਥ ਬਾਤ ਹੈ, ਉਹ ਤੁਹਾਨੂੰ ਸੁਣਾ ਦਿੰਦੇ। ਹਾਂ, ਏਕ ਬ੍ਰਹਮ ਕੀ ਜੌਨ ਉਪਾਸਨ। ਇੱਕ ਅਕਾਲ ਪੁਰਖ ਪਰਮਾਤਮਾ ਦੀ ਜੋ ਉਪਾਸਨਾ ਹੈ ਸੋ ਸਭ ਕਾ ਅਬ ਕਰੋ ਪ੍ਰਕਾਸ਼ਨ। ਤੇ ਉਹ ਭਾਈ ਮੈਂ ਸਾਰੀ ਇੱਥੇ ਪ੍ਰਕਾਸ਼ ਕਰਦਾ ਹਾਂ ਜਾਂ ਦੱਸਦਾ ਹਾਂ। ਜਪਨੋ ਨਾਮ ਪ੍ਰੇਮ ਅਤ ਧਰ ਕੇ। ਮਨ ਦੇ ਵਿੱਚ ਅਤੀ ਪ੍ਰੇਮ ਧਾਰ ਕੇ ਉਸ ਵਾਹਿਗੁਰੂ ਪ੍ਰਮਾਤਮਾ ਦਾ ਨਾਮ ਜਪਣਾ। ਮਨ ਬਾਣੀ ਕਾ ਪਰਾ ਨਿਹਰ ਕੇ। ਇਹ ਜਾਣ ਕੇ ਕਿ ਜੋ ਪ੍ਰਮਾਤਮਾ ਬ੍ਰਹਮ ਹੈ ਉਹ ਮਨ ਬਾਣੀ ਤੋਂ ਪਰੇ ਹੈ, ਇਸ ਨੂੰ ਪੂਰਨ ਰੂਪ ਵਿੱਚ ਮਨ ਬਾਣੀ ਕਾ ਪਰਾ ਨਿਹਰ ਕੇ। ਪਰੇ ਤੋਂ ਭਾਵ ਪੂਰਾ ਵੀ ਲਿਆ, ਪੂਰਾ ਉਸ ਦਾ ਰੂਪ ਇਹ ਜਾਣ ਕੇ ਕਿ ਉਹ ਮਨ ਬਾਣੀ ਤੋਂ ਵੀ ਉੱਪਰ ਦੀ ਅਵਸਥਾ ਹੈ। ਅਸਤੀ ਭਾਤੀ ਪ੍ਰਿਯ ਸਰੂਪੰ। ਅਸਤੀ ਭਾਤੀ, ਅਸਤੀ ਭਾਤੀ ਕਹਿੰਦੇ ਆ। ਅਸਤੀ ਦਾ ਭਾਵ ਹੁੰਦਾ ਹੈ ਕਿ ਉਹਦੀ ਹੋਂਦ ਦਾ ਭਾਵ ਹੋ ਜਾਣਾ। ਹੋਂਦ ਸੱਤਾ ਉਸ ਦੀ। ਭਾਤੀ ਨਾਮ ਹੈ ਉਹਦੀ ਪ੍ਰਤੀਤੀ ਮਾਤਰ, ਗਿਆਨ ਸਰੂਪ ਹੋਣਾ। ਪ੍ਰਿਯ ਸਰੂਪੰ, ਪਿਆਰ ਸਰੂਪ, ਉਹ ਆਨੰਦ ਸਰੂਪ ਹੈ। ਅਸਤੀ ਭਾਤੀ ਪਿਆਰ ਪ੍ਰੇਮ ਸਰੂਪ ਹੈ। ਸਰਬ ਬ੍ਰਹਮ ਹੀ ਲਖੋ ਅਨੂਪੰ। ਇਹ ਜਾਣੋ ਕਿ ਬ੍ਰਹਮ ਜੋ ਪਰਮੇਸ਼ਰ ਹੈ, ਅਨੂਪੰ ਵਾਹਿਗੁਰੂ ਹੈ। ਅਨੂਪੰ, ਉਹ ਸਾਰੇ ਹੀ ਪਸਰਿਆ ਹੋਇਆ ਹੈ। ਮਿਲੈ ਨਾਮ ਤੈ ਨਾਮੀ ਨਿੱਕੇ। ਤੇ ਉਹ ਭਾਈ ਆਪਣੇ ਨਾਮ ਦੁਆਰਾ ਹੀ ਜਿਹੜਾ ਨਾਮੀ ਹੈ ਪਰਮਾਤਮਾ ਮਿਲਦਾ ਹੈ। ਨਾਮ ਬਿਨਾ ਸਭ ਸਾਧਨ ਫੀਕੇ। ਔਰ ਨਾਮ ਤੋਂ ਬਿਨਾ ਜਿਤਨੇ ਸਾਧਨ ਹਨ ਉਹ ਸਾਰੇ ਫਿੱਕੇ ਬਣ ਜਾਂਦੇ ਨੇ। ਕੂਕਸ ਕੂਟਨ ਕਣ ਬਿਨ ਜੈਸੇ। ਜਿਵੇਂ ਕੂਕਸ ਕੂਟਨ ਕਣ ਬਿਨ ਜੈਸੇ। ਤੋਹ ਕੋ ਜਿਹੜਾ ਚੌਲਾਂ ਦਾ ਫੂਸ ਹੁੰਦਾ
ਉਹਦੇ ਅੰਦਰ ਦਾਣਾ ਨਾ ਹੋਵੇ ਤਾਂ ਜਿਹੜਾ ਫੂਸ ਹੈ ਉਹਦੀ ਕੋਈ ਉਤਨੀ ਬੁੱਕਤ ਨਹੀਂ, ਉਤਨੀ ਪੁਰਾਣੇ ਸਮੇਂ ਵਿੱਚ ਤੇ ਉਹ ਸਿੱਟਣਾ ਹੀ ਪੈਂਦਾ ਹੁੰਦਾ ਸੀ। ਇਸ ਤਰ੍ਹਾਂ ਕਣ ਬਿਨਾ ਜੈਸੇ ਜਿਵੇਂ ਭਾਈ ਫੂਸ ਰਹਿ ਜਾਂਦਾ, ਭਾਵ ਅੰਦਰੋਂ ਚੌਲ ਕੱਢ ਲਿਆ ਜਾਂਦਾ, ਬਿਨਾ ਭਜਨ ਸਭ ਸਾਧਨ ਐਸੇ। ਇਹ ਜਾਣੋ ਕਿ ਪ੍ਰਮਾਤਮਾ ਦੀ ਭਗਤੀ ਬੰਦਗੀ ਤੋਂ ਬਿਨਾ ਜਿਵੇਂ ਕਣ ਬਿਨਾ ਜੈਸੇ ਥੋਥਰ ਤੁਖਾ ਨਾਮ ਬਿਹੂਨ ਸੋਨੇ ਸੇ ਮੁਖਾ। ਗੁਰੂ ਮਹਾਰਾਜ ਨੇ ਇਹ ਬਾਣੀ 'ਚ ਵੀ ਬਚਨ ਕਹੇ ਹੈ। ਪਰਮੇਸ਼ਰ ਦੇ ਭਜਨ ਤੋਂ ਬਿਨਾ ਬਾਕੀ ਜਿਤਨੇ ਸਾਧਨ ਨੇ ਨਾ ਧਰਮ ਦੇ, ਉਹ ਇਸ ਤਰ੍ਹਾਂ ਕਹਿ ਲੋ ਜਿਵੇਂ ਵਿੱਚ ਦਾਣਾ ਨਾ ਹੋਵੇ, ਚੌਲਾਂ ਦਾ ਉਤਲਾ ਫੂਸ ਹੋਵੇ। ਭਾਵ ਕੀ ਹੈ, ਜੇ ਉਹਨਾਂ ਸਾਧਨਾਂ ਦੇ ਵਿੱਚ ਨਾਮ ਹੋਵੇ ਤਾਂ ਫਿਰ ਜੇ ਚੌਲ ਜਿਹੜਾ ਜਿੰਨਾ ਟਾਈਮ ਫੂਸ ਦੇ ਵਿੱਚ ਰਹਿੰਦਾ ਹੈ ਤੇ ਉਹਨਾਂ ਸਮਾਂ ਗੁਰਮੁਖੋ ਉਹ ਖਰਾਬ ਵੀ ਨਹੀਂ ਹੁੰਦਾ। ਚੌਲ ਐਸੀ ਚੀਜ਼ ਹੈ। ਤੇ ਜੇ ਵਿੱਚੋਂ ਦਾਣਾ ਚੌਲ ਨਿਕਲ ਗਿਆ, ਫੂਸ ਰਹਿ ਗਿਆ। ਇਸੇ ਤਰ੍ਹਾਂ ਜਿਹੜਾ ਨਾਮ ਹੈ ਉਹ ਜਾਣੋ ਵਿਚਲਾ ਦਾਣਾ ਹੈ। ਬਾਕੀ ਜਿਹੜੇ ਧਰਮ ਕਰਮ ਹਨ ਆਪਾਂ ਕਰਦੇ ਹਾਂ, ਦਾਨ ਪੁੰਨ ਹੋਰ ਕਿਰਿਆਵਾਂ, ਇਹ ਸੋਭਾਵਾਨ ਹੋ ਜਾਂਦੀਆਂ। ਇਹ ਉਸ ਨਾਮ ਦੇ ਵਾਸਤੇ ਇੱਕ ਤਰ੍ਹਾਂ ਨਾਲ ਪਹਿਰਾ ਹੈ, ਤਾਂ ਕਿ ਜੀਵ ਇਧਰ ਨੂੰ ਜੁੜਿਆ ਰਹੇ, ਤਾਂ ਇਹਦਾ ਮਨ ਜਿਹੜਾ ਨਾਮ ਵਿੱਚ ਜੁੜਿਆ ਰਹੇ। ਜੇ ਨਾਮ ਨਹੀਂ ਜਪਦਾ ਫਿਰ ਬਾਕੀ ਫੂਸ ਬਣ ਜਾਂਦਾ, ਸਭ ਕੁਝ ਥੋਥਾ ਹੋ ਜਾਂਦਾ ਹੈ। ਕਲ ਮਹਿ ਮੁਕਤ ਨਾਮ ਤੇ ਪੈ ਹੈ। ਇਹ ਜਿਹੜਾ ਕਲਯੁਗ ਦਾ ਸਮੇਂ ਦੇ ਵਿੱਚ ਮੁਕਤੀ ਜਿਹੜੀ ਹੈ ਨਾਮ ਤੋਂ ਪ੍ਰਾਪਤ ਹੁੰਦੀ ਹੈ। ਕੋਵਿਦ ਨਿਗਮਾ ਗਮ ਸਭ ਕਹਿ ਹੈ। ਕੋਵਿਦ ਜਿਤਨੇ ਵਿਦਵਾਨ ਨੇ, ਜਾਂ ਨਿਗਮਾ ਗਮ, ਨਿਗਮ ਆਗਮ ਵੇਦ ਔਰ ਸ਼ਾਸਤਰ ਸਾਰੇ ਹੀ ਇਹ ਗੱਲ ਕਹਿੰਦੇ ਹਨ। ਕਹਿਓ ਮੁਹੰਮਦ ਵਿੱਚ ਕੁਰਾਨ। ਫਿਰ ਗਿਆਨੀ ਜੀ ਕਹਿੰਦੇ ਭਾਈ ਮੁਹੰਮਦ ਸਾਹਿਬ ਨੇ ਵੀ ਕੁਰਾਨ ਦੇ ਵਿੱਚ ਇਸੇ ਤਰ੍ਹਾਂ ਕਿਹਾ, ਨਾਮ ਜਪੇ ਬਿਨ ਨਹਿ ਦੁਖ ਹਾਨ। ਇਹ ਨਾਮ ਜਪਣ ਤੋਂ ਬਿਨਾ ਦੁੱਖਾਂ ਦਾ ਨਾਸ਼ ਨਹੀਂ ਹੁੰਦਾ ਹੈ। ਈਸਾ ਵਿੱਚ ਅੰਜੀਲ ਪੁਕਾਰਾ, ਔਰ ਈਸਾ ਨੇ ਵੀ ਅੰਜੀਲ ਦੇ ਵਿੱਚ ਇਹ ਗੱਲ ਕਹੀ ਹੈ, ਬਿਨਾ ਭਜਨ ਨਾਹੀ ਨਿਸਤਾਰਾ। ਵਾਹਿਗੁਰੂ ਦੇ ਭਜਨ ਤੋਂ ਬਿਨਾ ਪਾਰ ਉਤਾਰਾ ਨਹੀਂ ਹੁੰਦਾ। ਨੇਕ ਕਾਮ ਗਹਿ ਬਦ ਸਭ ਤਿਆਗੋ। ਤੇ ਨੇਕ ਕੰਮ ਜਿਹੜੇ ਆ ਉਹਨਾਂ ਨੂੰ ਪਕੜੋ, ਭਾਵ ਸ਼ੁਭ ਕਰਮ ਕਰੋ। ਬਦ ਸਭ ਤਿਆਗੋ, ਬੁਰਾਈਆਂ ਨੂੰ, ਬਦੀਆਂ ਨੂੰ, ਸਾਰੀਆਂ ਨੂੰ ਤਿਆਗ ਦਿਓ। ਧਾਰ ਗਰੀਬੀ ਨਾਮਹਿ ਲਾਗੋ। ਆਪਣੇ ਅੰਦਰ ਨਿਮਰਤਾ ਧਾਰ ਕੇ ਨਾਮ ਜਪਣ ਵਿੱਚ ਲੱਗੋ। ਮੂਸੇ ਕਹਿਓ ਮਦ ਤੌਰੇਤ। ਤੌਰੇਤ ਜਿਹੜੀ ਹੈ ਇਹ ਵੀ ਗੁਰਮੁਖੋ ਇੱਕ ਜਿਹੜਾ ਹੈ ਮੂਸੇ ਪੈਗੰਬਰ ਨੂੰ ਮੰਨਣ ਵਾਲਿਆਂ ਦਾ ਉਹਨਾਂ ਦਾ ਗ੍ਰੰਥ ਹੈ, ਉਹਦਾ ਨਾਮ ਹੈ ਤੁਰੇਤ। ਮੂਸੇ ਨੇ ਤੁਰੇਤ ਗ੍ਰੰਥ ਦੇ ਵਿੱਚ ਕਿਹਾ ਹੈ, ਨਾਮ ਜਪੋ ਹਰ ਸੋ ਕਰ ਹੇਤ। ਉਹ ਕਹਿੰਦਾ ਭਾਈ ਨਾਮ ਜਪੋ, ਪਰਮਾਤਮਾ ਨਾਲ ਪ੍ਰੇਮ ਸਹਿਤ, ਵਾਹਿਗੁਰੂ ਨਾਲ ਪ੍ਰੇਮ ਕਰਕੇ ਪਰਮਾਤਮਾ ਦਾ ਨਾਮ ਜਪੋ। ਸਿਲ ਪੂਜਨ ਲੋ ਕਿਰਿਆ ਜੇਤੀ। ਤੇ ਮੂਸੇ ਨੇ ਜਿਹੜੀ ਸਿਲ ਪੱਥਰ ਆਦਿਕ ਦੀ ਪੂਜਣ ਦੀ ਜਿਤਨੀ ਕਿਰਿਆ ਹੈ, ਇਨ ਸਭ ਹਨ ਨਿੰਦੀ ਬਹੁ ਤੇਤੀ। ਇਹ ਸਾਰੀ ਕਿਰਿਆ ਪੱਥਰ ਪੂਜਣ ਦੀ, ਸਿਲਾ ਪੂਜਣ ਦੀ ਉਸਨੇ ਆਪਣੀ ਤੁਰੇਤ ਵਿੱਚ ਮੂਸੇ ਨੇ ਨਿੰਦੀ ਭਾਵ ਰੱਦ ਕੀਤੀ ਹੈ। ਇਤਿਆਦਿਕ ਜੇ ਭਏ ਪੈਗੰਬਰ। ਇਸ ਤਰ੍ਹਾਂ ਭਾਈ ਜਿਹੜੇ ਫਿਰ ਪੈਗੰਬਰੀ ਪੁਰਸ਼ ਹੋਏ, ਮਹਾਨ ਪੁਰਸ਼ ਹੋਏ, ਤਿਨ ਭੀ ਗਏ ਉਹ ਨਾਮ ਕਾ ਲੰਬਰ। ਉਹਨਾਂ ਨੇ ਵੀ ਨਾਮ ਦਾ ਹੀ ਲੰਬਰ ਆਸਰਾ ਕਹਿ ਲੋ, ਨਾਮ ਦਾ ਹੀ ਆਸਰਾ ਪਕੜਿਆ ਹੈ। ਲੰਬਰ ਵੈਸੇ ਦਰਜੇ ਨੂੰ ਕਹਿੰਦੇ ਆ, ਨਾਮ ਦਾ ਹੀ ਦਰਜਾ ਮਹਾਨ ਕੀਤਾ ਹੈ। ਸੋ ਜਬ ਭਇਓ ਲੋਪ ਜਗ ਵਿੱਚ। ਇਹ ਗੱਲਾਂ ਜਦੋਂ ਨਾਮ ਜਪਣ ਵਾਲੀਆਂ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਭਾਈ ਜਗਤ ਵਿੱਚ ਅਲੋਪ ਹੋ ਗਈਆਂ। ਦੰਭੀ ਲੋਗ ਬੜੇ ਬਹੁ ਨੀਚ। ਤਾਂ ਇੱਥੇ ਦੰਭੀਆਂ, ਪਖੰਡੀਆਂ, ਲੋਭੀਆਂ ਦਾ ਬਹੁਤ ਜ਼ਿਆਦੇ ਵਾਧਾ ਹੋ ਗਿਆ। ਬੜੀ ਪਰਸ ਪਰ ਅਧਿਕ ਸਪਰਧਾ।
ਆਪਸ ਵਿੱਚ ਬਹੁਤ ਜ਼ਿਆਦੇ ਈਰਖਾ, ਸਪਰਧਾ ਨਾਮ ਹੈ ਈਰਖਾ ਦਾ, ਈਰਖਾ ਵੱਧ ਗਈ। ਸਮਦਮਾਦ ਮੈਂ ਰਹੀ ਨ ਸ਼ਰਧਾ। ਸਮਦਮਾਦ, ਸਮਦਮ ਆਦ, ਦੋ ਸ਼ਬਦਾਂ ਦਾ ਸਮਦਮ ਆਦ ਲਿਖ ਦਿੱਤਾ, ਸਮਦਮਾਦ। ਸਮਦਮ ਕਰਨਾ ਇਹ ਹੈ ਇੰਦਰੀਆਂ ਨੂੰ, ਮਨ ਨੂੰ ਰੋਕਣਾ। ਸਮ ਨਾਮ ਹੈ ਮਨ ਰੋਕਣਾ, ਦਮ ਨਾਮ ਹੈ ਇੰਦਰੀਆਂ ਨੂੰ ਰੋਕਣਾ। ਇਹ ਤੇ ਆਦਿਕ ਮੈਂ ਰਹੀ ਨਾ ਸ਼ਰਧਾ, ਇਹਦੇ ਵਿੱਚ ਸ਼ਰਧਾ ਨਾ ਰਹੀ। ਜੋ ਪਰਮੇਸ਼ਵਰ ਸਭ ਕਾ ਕਰਤਾ, ਜੋ ਵਾਹਿਗੁਰੂ ਪਰਮਾਤਮਾ ਸਭ ਦਾ ਕਰਤਾ ਹੈ। ਸ਼ਰਨਾਗਤ ਕੇ ਬੰਧਨ ਹਰਤਾ, ਉਹ ਭਾਈ ਸ਼ਰਨ ਆਇਆਂ ਦੇ ਸਾਰਿਆਂ ਦੇ ਬੰਧਨਾਂ ਨੂੰ ਦੂਰ ਕਰਦਾ ਹੈ। ਬ੍ਰਹਮਾ ਵਿਸ਼ਨ ਮਹੇਸ਼ ਮਹਾਦੇਵਿਆ, ਬ੍ਰਹਮਾ ਵਿਸ਼ਨ ਮਹਾਦੇਵਾਦ, ਜੋ ਬ੍ਰਹਮਾ ਵਿਸ਼ਨੂੰ ਮਹਾਦੇਵ ਇਤਿਆਦਿਕ ਰਚੇ ਜਾਹੇ ਹਿਤ ਜਗ ਮੁਆਦ। ਉਹਨੇ ਭਾਈ ਜਗਤ ਦੇ ਭਲੇ ਵਾਸਤੇ ਅਕਾਲ ਪੁਰਖ ਨੇ ਇਹਨਾਂ ਨੂੰ ਰਚਿਆ। ਤਾ ਕਾ ਨਾਮ ਜਪੈ ਨਹਿ ਕੋਈ, ਪਰ ਉਹ ਦੇਖੋ ਅਕਾਲ ਪੁਰਖ ਜਿਹਨੇ ਰਚਿਆ ਉਸ ਦਾ ਨਾਮ ਕੋਈ ਨਹੀਂ ਜਪਦਾ। ਲੱਗੀ ਸਿਲਾ ਪੂਜਨ ਸਭ ਲੋਈ, ਸ੍ਰਿਸ਼ਟੀ ਜਿਹੜੀ ਹੈ ਫਿਰ ਉਹ ਮੂਰਤੀਆਂ ਪੱਥਰ ਬਣਦੀਆਂ ਬਣਾ ਕੇ ਪੂਜਾ ਕਰਨ ਲੱਗ ਪਈ। ਨਾਮ ਜਪਾਵਨ ਵਾਰਿਓ ਵਾਰੋ, ਜੋ ਨਾਮ ਜਪਣ ਵਾਸਤੇ, ਜੋ ਨਾਮ ਜਪਾਉਣ ਦੇ ਵਾਸਤੇ ਰਹਿਓ ਨਾ ਜਗਤ ਮਾਹੇ ਤਬ ਕੋ, ਉਸ ਸਮੇਂ ਜਗਤ ਵਿੱਚ ਐਸਾ ਕੋਈ ਨਾ ਰਿਹਾ। ਯਾ ਬਿਦ ਪਿਖਿਓ ਜਬੈ ਜਗ ਕਾਰਕ, ਜਗ ਕਾਰਕ ਜਗਤ ਦੇ ਕਰਤਾ ਅਕਾਲ ਪੁਰਖ ਨੇ ਜਦੋਂ ਇਹ ਗੱਲ ਵੇਖੀ, ਧਰਿਓ ਰੂਪ ਗੁਰ ਕਾ ਜਨ ਤਾਰਕ, ਤਾਂ ਸਮਝੋ ਭਾਈ ਇਹ ਸੇਵਕਾਂ ਦਾ ਭਲਾ ਕਰਨ ਵਾਸਤੇ, ਲੋਕਾਂ ਨੂੰ ਤਾਰਨ ਵਾਸਤੇ ਪਰਮਾਤਮਾ ਨੇ ਫਿਰ ਆਪ ਗੁਰੂ ਦਾ ਰੂਪ ਧਾਰਿਆ। ਗੁਰ ਅਵਤਾਰ ਹਰੀ ਜਿਮ ਭਇਓ, ਜੋ ਗੁਰੂ ਮਹਾਰਾਜ ਹਰੀ ਦਾ ਸਰੂਪ ਅਵਤਾਰ ਹੋ ਜਿਵੇਂ ਹੋਏ। ਸੋ ਕਾਰਨ ਹਮ ਦ੍ਰਿੜ ਕਹਿ ਦਇਓ, ਉਹ ਭਾਈ ਗਿਆਨੀ ਗਿਆਨ ਸਿੰਘ ਕਹਿੰਦੇ ਮੈਂ ਪੱਕਾ ਕਾਰਨ ਤੁਹਾਨੂੰ ਕਹਿ ਦਿੱਤਾ ਹੈ। ਏਤਕ ਗਾਥ ਗਾਏ ਇਸ ਥਾਈ, ਇੰਨੀ ਕੁ ਗਾਥਾ ਇਸ ਜਗ੍ਹਾ ਗਾ ਕਰਕੇ। ਇਤੀ ਭਇਓ ਜਹ ਤ੍ਰਿਤੀ ਅਧਿਆਏ, ਇਤੀ ਭਇਓ ਜਹ ਇੱਥੇ ਕਹਿੰਦੇ ਐਂਡ ਹੋ ਗਿਆ। ਇਤੀ ਭਇਓ ਜਹ ਤੀਜੇ ਅਧਿਆਏ ਦਾ, ਜਿਹੜਾ ਤੀਸਰਾ ਅਧਿਆਏ ਹੈ ਉਹਦਾ ਐਂਡ ਹੋ ਗਿਆ ਹੈ। ਤੇ ਇਸ ਜਿਹੜੀ ਹੈ ਇਹਦੇ ਵਿੱਚ ਇੱਥੇ ਗੱਲ ਆ ਗਈ। ਇਤ ਸ੍ਰੀ ਗੁਰਪੰਥ ਪ੍ਰਕਾਸ਼ ਗ੍ਰੰਥੇ ਪੂਰਬਹਾਰ ਦੇ ਗਿਆਨ ਸਿੰਘ ਵਿਰਚਤੇ ਸ੍ਰੀ ਗੁਰੂ ਅਵਤਾਰ ਕਾਰਨ ਵਰਣੰ ਨਾਮ ਤ੍ਰਿਤੀਯੋ ਵਿਸ਼ਰਾਮ, ਤੀਜਾ ਅਧਿਆਏ ਤੀਜਾ ਵਿਸ਼ਰਾਮ ਹੋਇਆ। ਇਹ ਜੋ ਭਾਸ਼ਾ ਵਿਭਾਗ ਵੱਲੋਂ ਛਾਪਿਆ ਹੈ ਉਹਦੇ ਵਿੱਚ ਕੁਝ ਇਸ ਤਰ੍ਹਾਂ ਵੀ ਨਾਲ ਆਉਂਦਾ ਹੈ ਕਿ ਗੁਰੂ ਪਾਤਸ਼ਾਹ ਮਹਾਰਾਜ ਦੇ ਅਵਤਾਰ ਧਾਰਨ ਦਾ ਕਾਰਨ ਹੋਰ ਵੀ। ਹੁਣ ਇੱਥੇ ਜਿਹੜਾ ਹੈ ਚੌਥੇ ਅਧਿਆਏ ਵਿੱਚ ਕੁਝ ਕਹਿਣਗੇ ਜਿਹੜੀ ਸੰਸਾਰ ਦੀ ਦਸ਼ਾ ਹੈ, ਤੇ ਭਾਸ਼ਾ ਵਿਭਾਗ ਦੇ ਛਾਪੇ ਵਿੱਚ ਇਹ ਤੀਜੇ ਅਧਿਆਏ ਵਿੱਚ ਕਹਿ ਦਿੱਤੀ, ਆਪਾਂ ਉਹ ਵੀ ਨਾਲ ਪੜ੍ਹ ਲੈਂਦੇ ਹਾਂ। ਚੌਪਈ ਉਹ ਸਮਾਂ ਦੱਸਿਆ ਹੈ। ਦੋਹਰਾ ਜਬ ਅਵਤਾਰੋ ਸਮ ਭਏ ਲਖਣ ਬਚਨ ਪ੍ਰਮਾਣ, ਉਹ ਅਵਤਾਰ ਦੇ ਲੱਛਣ ਦੱਸੇ ਸੀ ਨਾ ਪਹਿਲਾਂ, ਯਾਦ ਕਰੋ ਕਿ ਪ੍ਰਮਾਤਮਾ ਦਾ ਅਵਤਾਰ ਹਨ ਗੁਰੂ ਮਹਾਰਾਜ ਬਾਰੇ। ਤਬ ਸਾਚੇ ਅਵਤਾਰ ਗੁਰ ਥੀਏ ਲਿਹੋ ਦ੍ਰਿੜ ਮਾਨ, ਇਹ ਗੱਲ ਭਾਈ ਦ੍ਰਿੜ ਕਰਕੇ ਮੰਨ ਲਓ ਕਿ ਗੁਰੂ ਸਾਹਿਬ ਜੀ ਪ੍ਰਮਾਤਮਾ ਦਾ ਸੱਚਾ ਅਵਤਾਰ ਹਨ। ਜਬ ਜਬ ਹੋਵਤ ਧਰਮ ਕੀ ਹਾਨੀ ਜਗਤ ਮਝਾਰ, ਜਿਉਂ ਜਿਉਂ ਜਗਤ ਦੇ ਵਿੱਚ ਧਰਮ ਦੀ ਹਾਨੀ ਹੁੰਦੀ ਹੈ, ਤਬ ਤਬ ਈਸ਼ਵਰ ਧਾਰ ਤਨ ਭਾਰਤ ਧਰਮ ਉਦਾਰ, ਤਬ ਤਬ ਜੋ ਈਸ਼ਵਰ ਹੈ ਉਹ ਆਪਣਾ ਕੋਈ ਸਰੂਪ ਤਨ ਧਾਰ ਕੇ ਜਗਤ ਦਾ ਉਧਾਰ ਕਰਦਾ ਹੈ। ਚੌਪਈ ਰਾਮ ਕ੍ਰਿਸ਼ਨ ਜਿਉ ਖੰਡਾ ਗਹਿ ਕੈ, ਜਿਵੇਂ ਭਗਵਾਨ ਰਾਮ ਚੰਦਰ ਜੀ, ਭਗਵਾਨ ਕ੍ਰਿਸ਼ਨ ਇਤਿਆਦਿਕ ਉਹਨਾਂ ਨੇ ਵੀ ਹੱਥ ਵਿੱਚ ਸ਼ਸਤਰ ਫੜੇ। ਮਾਰ ਧਰਮ ਬਰੂਧੀ ਚਹਿ ਕੈ,
ਜਿਹੜੇ ਭਾਈ ਧਰਮ ਵਿਰੋਧੀ ਸਨ ਉਹਨਾਂ ਨੂੰ ਮਾਰਿਆ। ਬੁੱਧ ਵਿਆਸ ਸ਼ੰਕਰ ਅਵਤਾਰੇ, ਫਿਰ ਬੁੱਧ ਹੋਏ, ਵਿਆਸ ਹੋਏ, ਸ਼ੰਕਰ ਅਵਤਾਰ ਹੋਏ। ਦੈ ਉਪਦੇਸ਼ ਵਿਸ਼ੇਸ਼ ਸੁਧਾਰੇ, ਉਹਨਾਂ ਨੇ ਉਪਦੇਸ਼ ਦੇ ਕੇ ਵਿਸ਼ੇਸ਼ ਕਰਕੇ ਉਧਾਰ ਕੀਤਾ। ਤਿਉਂ ਹੀ 10 ਗੁਰ ਹੋਏ ਅਵਤਾਰ। ਇਸੇ ਤਰ੍ਹਾਂ 10 ਪਾਤਸ਼ਾਹੀਆਂ ਵੀ ਅਵਤਾਰ ਸਰੂਪ ਹੋਏ। ਧਰਮ ਵਿਥਾਰਿਓ ਸਭ ਪ੍ਰਕਾਰ, ਜਿਨ੍ਹਾਂ ਨੇ ਸਭ ਤਰ੍ਹਾਂ ਕਰਕੇ ਧਰਮ ਦਾ ਵਿਸਥਾਰ ਕੀਤਾ। 6ਵੇਂ 10ਵੇਂ ਗੁਰ ਗਹਿ ਖੰਡੇ, 6ਵੇਂ ਤੇ 10ਵੇਂ ਗੁਰੂ ਨੇ ਹੱਥ ਵਿੱਚ ਖੰਡਾ ਫੜਿਆ। ਵੈਦਿਕ ਧਰਮ ਵਿਰੋਧੀ ਖੰਡੇ, ਜਿਹੜੇ ਵੈਦਿਕ ਧਰਮ ਸਥਾਪਤ ਧਰਮ ਦੇ ਵਿਰੋਧੀ ਸਨ ਉਹਨਾਂ ਨੂੰ ਭਾਈ ਖੰਡਿਆ। ਸਭ ਕੋ ਹਰ ਕੀ ਭਗਤ ਦ੍ਰਿੜਾਈ, ਸਾਰਿਆਂ ਨੂੰ ਕਿਹਾ ਵਾਹਿਗੁਰੂ ਪਰਮੇਸ਼ਰ ਦੀ ਭਗਤੀ ਕਰੋ, ਇਹ ਦ੍ਰਿੜ ਕਰਵਾਇਆ। ਦੇਗ ਤੇਗ ਤੇ ਫਤਿਹ ਬਤਾਈ, ਔਰ ਇਹ ਦੱਸਿਆ ਕਿ ਦੇਗ ਔਰ ਤੇਗ ਦੋਨਾਂ ਦੇ ਨਾਲ ਹੀ ਫਤਿਹ ਹੁੰਦੀ ਹੈ। ਗੁਰੂ ਅਵਤਾਰ ਹੋਣ ਕਾ ਕਾਰਨ, ਇੱਕ ਕਹਿੰਦੇ ਹੋਰ ਗੁਰੂ ਦੇ ਅਵਤਾਰ ਹੋਣ ਦਾ ਜਿਹੜਾ ਕਾਰਨ ਬਣਿਆ। ਏਕ ਕਹਿਓ ਸੁਨ ਦੁਤੀ ਸਧਾਰਨ, ਇੱਕ ਤਾਂ ਪਹਿਲਾਂ ਕਹਿਤਾ ਹੁਣ ਦੂਜਾ ਵੀ ਸੁਣ ਲਵੋ। ਸੈਯਦ ਸ਼ੇਖ ਮੁਗਲ ਪਠਾਨਾ, ਕਿ ਇੱਥੇ ਉਹ ਸਮਾਂ ਆਇਆ ਜਦੋਂ ਸੈਯਦ ਸ਼ੇਖ ਮੁਗਲ ਔਰ ਪਠਾਨ ਜ਼ਾਲਮ ਭਏ ਜਬੈ ਬਲਵਾਨਾ, ਜਦੋਂ ਇਹ ਵੱਡੇ ਬਲਵਾਨ ਤਾਕਤਵਰ ਜ਼ਾਲਮ ਹੋ ਗਏ। ਹਿੰਦਨ ਕੋ ਦੁੱਖ ਦਇਓ ਮੁਹਾਏ, ਹਿੰਦ ਵਾਸੀਆਂ ਨੂੰ ਬਹੁਤ ਜ਼ਿਆਦਾ ਦੁੱਖ ਦੇਣੇ ਸ਼ੁਰੂ ਕੀਤੇ। ਦੇਵਨ ਕੇ ਮੰਦਰ ਗਿਰਵਾਏ, ਔਰ ਦੇਵਤਿਆਂ ਦੇ ਨਾਮ ਤੇ ਬਣਾਏ ਹੋਏ ਇਹਨਾਂ ਨੇ ਮੰਦਰ ਢਵਾ ਦਿੱਤੇ। ਤੀਰਥ ਵਰਤ ਪੁੰਨ ਜਗਦਾਨ, ਜੋ ਭਾਈ ਹਿੰਦੂ ਧਰਮ ਦੇ ਵਿੱਚ ਤੀਰਥ ਵਰਤ ਪੁੰਨ ਜਗਦਾਨ, ਹਰ ਧਰਮ ਦੀ ਆਪੋ ਆਪਣੀ ਰੀਤੀ ਮਰਜ਼ਾਦਾ ਹੈ। ਦੇਖੋ ਇੱਕ ਗੱਲ ਹਮੇਸ਼ਾ ਧਿਆਨ ਵਿੱਚ ਰੱਖਣੀ, ਗੁਰੂ ਮਹਾਰਾਜ ਨੇ ਮੂਰਤੀ ਪੂਜਾ ਦਾ ਖੰਡਨ ਕੀਤਾ, ਤੀਰਥ ਵਰਤ ਇਹੋ ਜਿਹੇ ਜਿਹੜੇ ਕੰਮ ਸਨ। ਪਰ ਸਤਿਗੁਰੂ ਕਹਿੰਦੇ ਜਿਨ੍ਹਾਂ ਦੇ ਧਰਮ ਵਿੱਚ ਇਜਾਜ਼ਤ ਹੈ ਉਹਨਾਂ ਨੂੰ ਜ਼ੁਲਮ ਨਹੀਂ ਕਰਨਾ, ਕਿਸੇ ਦਾ ਧਰਮ ਸਥਾਨ ਢਾਉਣਾ ਨਹੀਂ ਹੈ। ਇਸ ਕਰਕੇ ਜਦੋਂ ਇਹ ਹਾਲਾਤ ਹੋਏ ਉਹਨਾਂ ਨੇ ਭਾਈ ਇਹ ਸਾਰਾ ਜੋ ਕਰਮ ਸਨ, ਖਿਆਹੇ ਸਰਾਧ ਹੋਮ ਵਖਿਆਨ, ਜਿਨ੍ਹਾਂ ਨੂੰ ਸਰਾਧ ਹੋਮ ਆਦਿਕ ਜੋ ਧਰਮ ਸਨ ਜਾਂ ਕਰਮ ਸੀ ਵਖਿਆਨ ਪ੍ਰਗਟ ਸਨ। ਧਰਮ ਕਰਮ ਕੋ ਕਰਨ ਨ ਪਾਏ, ਐਸਾ ਜਦੋਂ ਆਇਆ ਮੁਗਲ ਪਠਾਣਾ ਦਾ ਰਾਜ, ਤੇ ਉਹ ਸਮਾਂ ਸੀ ਪਠਾਣਾ ਦੇ ਰਾਜ ਵਿੱਚ ਕੋਈ ਇਹ ਧਰਮ ਕਰਮ ਨਹੀਂ ਸੀ ਕਰ ਸਕਦਾ। ਕਰੈ ਜੋ ਤੇਹ ਦੁੱਖ ਦੈ ਮਰਵਾਏ, ਜੇ ਕੋਈ ਐਸੇ ਕਰਦਾ ਸੀ ਨਾ ਉਹਨੂੰ ਇਹ ਲੋਕ ਜਿਹੜੇ ਸਨ ਤੁਰਕ ਦੁੱਖ ਦੇ ਕੇ ਮਰਵਾ ਦਿੰਦੇ ਸੀ। ਘੋਰ ਨਾਥ ਸੇ ਉੱਤਮ ਸਾਧੂ, ਫਿਰ ਇੱਥੇ ਦੇਖੋ ਕੀ ਕੁਝ ਹੋਇਆ। ਜਿਹੜੇ ਘੋਰ ਨਾਥ ਇਤਿਆਦਿਕ ਬੜੇ ਚੰਗੇ ਉੱਤਮ ਸਾਧੂ ਸਨ। ਪੰਡਤ ਦੱਤ ਸੇ ਸੁਮਤ ਅਗਾਧੂ, ਜਿਹੜੇ ਕੋਈ ਦੱਤ ਪੰਡਤ ਵਰਗੇ ਮਹਾਨ ਵਿਦਵਾਨ, ਮਹਾਨ ਹੋਰ ਸ੍ਰੇਸ਼ਟਵਾਨ। ਮਰਵਾ ਚੀਲਾਂ ਕੋ ਖੁਲਵਾਏ, ਉਹ ਇਹਨਾਂ ਨੇ ਮਰਵਾ ਕੇ ਇਲਾਂ ਨੂੰ ਖਵਾ ਦਿੱਤੇ ਸੀ। ਕੇਤਕ ਕੇਚਤ ਕੁੱਤਿਆਂ ਤੇ ਪੜਵਾਏ, ਤੇ ਕਈਆਂ ਨੂੰ ਐਸਾ ਕੀਤਾ ਕੁੱਤਿਆਂ ਦੇ ਮੂਹਰੇ ਸੁੱਟ ਦਿੱਤਾ, ਆਦਮਖੋਰ ਉਹ ਖਾ ਗਏ, ਉਹਨਾਂ ਤੋਂ ਪੜਾ ਦਿੱਤੇ। ਕੇਚਤ ਕੱਚੇ ਚੰਮ ਮੜਾਏ, ਇਹੋ ਜਿਹੇ ਜ਼ੁਲਮ ਕੀਤੇ ਤੁਰਕਾਂ ਨੇ, ਖਾਸ ਕਰਕੇ ਹਿੰਦੂਆਂ ਤੇ। ਕਿਸੇ ਨੂੰ ਕੱਚੇ ਚਮੜੇ ਚ ਮੜਾ ਦਿੰਦੇ ਸੀ, ਗਾਂ ਦਾ ਚਮੜਾ ਲਾ ਕੇ ਕਹਿੰਦੇ ਇਸੇ ਨੂੰ ਪੂਜਦੇ ਹੋ ਤੁਸੀਂ, ਉਹਦੇ ਚਮੜੇ ਚ ਮੜਾ ਦੇਣਾ, ਕੱਚੇ ਚਮੜੇ ਚ। ਉਹਦਾ ਕਾਰਨ ਕੀ ਸੀ? ਫਿਰ ਕੱਚੇ ਚਮੜੇ ਚ ਮੜਾ ਕੇ ਚੰਗੀ ਤਰ੍ਹਾਂ ਉਹਨੂੰ ਸੁੱਟ ਦੇਣਾ, ਤੇ ਚਮੜੇ ਨੇ ਜਿਉਂ-ਜਿਉਂ ਧੁੱਪ ਲੱਗਣੀ ਉਹਨੇ ਸੁੱਕਣਾ ਤੇ ਹੋਰ ਉਹਨੂੰ ਦੁੱਖ ਮਿਲਣਾ, ਵਿੱਚ ਹੀ ਇਸ ਤਰ੍ਹਾਂ ਮਰ ਜਾਂਦੇ ਸਨ। ਕੇਚਤ ਮੇਖਾਂ ਠੋਕ ਸੁਕਾਏ, ਕਈਆਂ ਨੂੰ ਇੱਕੋ ਜਗ੍ਹਾ ਮੇਖਾਂ ਠੋਕ ਕੇ ਉੱਥੇ ਜਿਵੇਂ ਕੋਈ
ਚੀਜ਼ ਟੰਗੀ ਦੀ ਹੈ ਕਾਸੇ ਤੇ ਟੰਗ ਦਿੰਦੇ ਸੀ, ਉੱਥੇ ਵੀ ਉਹ ਲਮਕਦੇ ਸੁੱਕ ਜਾਂਦੇ ਸਨ। ਤੁਰਕ ਹੋਵਣਾ ਜਿਨੈ ਨ ਮੰਨਿਓ, ਗੱਲ ਕੀ ਜਿਨ੍ਹਾਂ ਨੇ ਵੀ ਤੁਰਕ ਹੋਣਾ ਨਾ ਮੰਨਿਆ, ਮੁਸਲਮਾਨ ਬਣਨਾ ਨਾ ਮੰਨਿਆ। ਤਿਸ ਤਿਸ ਕੋ ਅਤ ਦੈ ਦੁਖ ਹਾਨਿਓ, ਉਹਨੂੰ ਬਹੁਤ ਜ਼ਿਆਦਾ ਦੁੱਖ ਦੇ ਕੇ ਤੁਰਕਾਂ ਨੇ ਮਾਰਿਆ। ਗੋ ਗਰੀਬ ਕੋ ਵੱਧ ਕਰ ਸੁਟੈ, ਗਊ ਗਰੀਬ ਨੂੰ ਮਾਰ ਕੇ ਜਿੱਥੇ ਜੀ ਕਰਦਾ ਸੁੱਟ ਦਿੰਦੇ। ਧਨੀ ਦੇਖ ਤਾਂ ਕਾ ਧਨ ਲੂਟੈ, ਜਿਹਨੂੰ ਧਨੀ ਦੇਖਦੇ ਸੀ ਧਨਵਾਨ ਉਹਦਾ ਧਨ ਲੁੱਟ ਲੈਂਦੇ ਸਨ। ਰਾਜਨੀਤ ਰਾਜਨ ਤੇ ਛੁੱਟੀ, ਜੋ ਰਾਜੇ ਦੀ ਨੀਤੀ ਹੁੰਦੀ ਹੈ ਨਿਆਂ ਕਰਨਾ, ਉਹ ਰਾਜਿਆਂ ਵਿੱਚੋਂ ਖਤਮ ਹੋ ਚੁੱਕਿਆ ਸੀ। ਨਿਸ ਦਿਨ ਕਰੈ ਕੋ ਕ੍ਰੋਕਾਂਤ ਅਨੂਠੀ, ਨਿਸ ਦਿਨ ਕਰੈ ਕ੍ਰੋਕਾਂਤ ਅਨੂਠੀ, ਭਾਵ ਰੋਜ਼ ਭੈੜੇ ਭੈੜੇ ਅਨੋਖੇ ਕੁਕਰਮ ਕਰਦੇ ਸੀ। ਦੁਰਾਚਾਰ ਮੰਤਰੀ ਸਭ ਹੋਏ, ਜਿਹੜੇ ਰਾਜੇ ਸ਼ੀਂਹ ਮੁਕੱਦਮ ਕੁੱਤੇ ਮੰਤਰੀ ਉਹ ਦੁਰਾਚਾਰੀ ਹੋ ਗਏ। ਲੋਲਪ ਲੋਭੀ ਕਾਮ ਬਗੋਏ, ਉਹ ਲਾਲਚ ਲੋਭ ਲਾਲਚਾਂ ਕਾਮ ਇਤਿਆਦਿਕ ਦੇ ਵਿੱਚ ਖਚਤ ਹੋ ਗਏ। ਸੁੰਦਰ ਪਿਖੈ ਜਾਹੇ ਕੀ ਤਰਨੀ, ਜਿਨ੍ਹਾਂ ਦੇ ਕੋਈ ਘਰ ਇਸਤਰੀ ਸੁੰਦਰ ਵੇਖਦੇ ਸਨ। ਪਕੜ ਕਰੈ ਬਲ ਸੋ ਨਿਜ ਘਰਨੀ, ਉਹਨੂੰ ਪਕੜ ਕੇ ਲੈ ਜਾਂਦੇ ਔਰ ਆਪਣੇ ਘਰ ਵਸਾ ਲੈਂਦੇ ਸਨ। ਛੁੱਟੀ ਨੀਤ ਕੀ ਸਭ ਮਰਿਆਦਾ, ਜਿਹੜੀ ਅਸਲ ਨੀਤੀ ਦੀ ਭਾਈ ਇਨਸਾਫ ਦੀ ਨੀਤੀ ਰਾਜਨੀਤੀ ਦੀ ਮਰਿਆਦਾ ਸਾਰੀ ਖਤਮ ਹੋ ਗਈ। ਪਰਜਾ ਕੀਨ ਸੁਣੇ ਫਰਿਆਦਾ, ਤੇ ਪਰਜਾ ਦੀ ਕੋਈ ਫਰਿਆਦ ਨਹੀਂ ਸੁਣਦਾ। ਕੌਣ ਸੁਣੇ, ਕਿਹਦੇ ਕੋਲੇ ਫਰਿਆਦ ਕਰਨ। ਕਾਜੀ ਰਿਸ਼ਵਤ ਲੈ ਕੇ ਸਾਰੇ, ਜਿਹੜੇ ਕਾਜੀ ਸਾਨੂੰ ਤਾਂ ਸਾਰੇ ਰਿਸ਼ਵਤਾਂ ਲੈ ਕਰਕੇ। ਝੂਠੇ ਕੋ ਸਾਚਾ ਕਰ ਡਾਰੇ, ਤੇ ਝੂਠੇ ਨੂੰ ਸੱਚਾ ਕਰ ਦਿੰਦੇ ਸਨ। ਕਾਮੀ ਕਪਟੀ ਚੋਰ ਜੁਆਰੀ, ਇਸ ਤਰ੍ਹਾਂ ਕਾਮੀ ਕਪਟੀ ਜਿਹੜੇ ਚੋਰ ਜੁਆਰੀਏ ਸੀ। ਦੁਖਦਾਈ ਜਨ ਬੜੇ ਅਪਾਰੀ, ਇਹੋ ਜਿਹੇ ਦੁੱਖ ਦੇਣ ਵਾਲੇ ਲੋਕਾਂ ਦਾ ਬਹੁਤ ਵਾਧਾ ਹੋ ਗਿਆ। ਨਿਜ ਨਿਜ ਧਰਮ ਸਭਨ ਤਜ ਦੀਨਾ, ਆਪੋ ਆਪਣਾ ਧਰਮ ਸਾਰਿਆਂ ਨੇ ਜਿਹੜਾ ਨਿਜ ਧਰਮ ਸੀ ਉਹ ਛੱਡ ਦਿੱਤਾ। ਪਾਪ ਕਰਤ ਸੁਖ ਚਾਹੇ ਰੱਤੀ ਨਾ, ਤੇ ਪਾਪ ਕਰਦਿਆਂ ਰੱਤੀ ਭਰ ਵੀ ਸੰਕੋਚ ਨਹੀਂ ਸੀ ਕਰਦੇ, ਸੰਗਦੇ ਨਹੀਂ ਸਨ। ਪਾਪ ਕਰਤ ਸੁਖ ਚਿਓ ਨਹੀਂ, ਬਾਣੀ ਚ ਵੀ ਆਉਂਦਾ। ਭਈ ਅਦਕ ਜਬ ਐਸ ਬੇਰਾਮੀ, ਇਸ ਤਰ੍ਹਾਂ ਦੀ ਜਦੋਂ ਭਾਈ ਬਹੁਤ ਜ਼ਿਆਦਾ ਹਾਲਤ ਇਹੋ ਹੋ ਗਈ। ਤਬ ਵਿਚਾਰ ਈਸ਼ਵਰ ਜਗ ਸੁਆਮੀ, ਤਾਂ ਫਿਰ ਇਸ ਗੱਲ ਨੂੰ ਜਗਤ ਦੇ ਮਾਲਕ ਪਰਮੇਸ਼ਰ ਨੇ ਵਿਚਾਰ ਕਰਕੇ ਪਾਲਨ ਹੇਤ ਸਨਾਤਨ ਨੀਤੈ, ਤੇ ਜਿਹੜੀ ਨੀਤੀ ਮਰਿਆਦਾ ਸਨਾਤਨ ਪੁਰਾਤਨ ਸੀ ਉਹਨੂੰ ਪਾਲਣਾ ਕਰਨ ਵਾਸਤੇ ਵੈਦਿਕ ਧਰਮ ਰੱਖਣ ਕੇ ਹਿਤੈ, ਵੈਦਿਕ ਧਰਮ ਰੱਖਣ ਦੇ ਵਾਸਤੇ ਆਪ ਪ੍ਰਭੂ ਗੁਰੂ ਨਾਨਕ ਰੂਪੰ, ਆਪ ਫਿਰ ਪਰਮੇਸ਼ਰ ਗੁਰੂ ਨਾਨਕ ਦੇ ਮਹਾਰਾਜ ਦੇ ਰੂਪ ਵਿੱਚ ਪ੍ਰਗਟ ਭਏ। ਜਗ ਮੈਂ ਸੁਖ ਭੂਪੰ, ਇਹ ਜਾਣੋ ਸੰਸਾਰ ਦੇ ਵਿੱਚ ਸੁੱਖਾਂ ਦੇ ਰਾਜੇ ਸਤਿਗੁਰੂ ਪ੍ਰਗਟ ਹੋਏ। ਜ਼ਿਲ੍ਹੇ ਲਾਹੌਰ ਨਗਰ ਤਲਵੰਡੀ, ਕਿੱਥੇ ਹੋਏ? ਲਾਹੌਰ ਜ਼ਿਲ੍ਹਾ, ਨਗਰ ਸੀ ਤਲਵੰਡੀ। ਜਾਂ ਕੀ ਮਹਿਮਾ ਬਹੁ ਜਗ ਮੰਡੀ, ਜਿਹਦੀ ਜਗਤ ਵਿੱਚ ਨਗਰ ਦੀ ਬਹੁਤ ਮਹਿਮਾ ਸੀ। ਬਾਰ ਦੇਸ ਸ਼ੁਭ ਅਦਕ ਸੁਹਾਵਨ, ਉਹ ਬਾਰ ਦਾ ਇਲਾਕਾ ਬਹੁਤ ਸੋਹਣਾ ਸੁੰਦਰ ਸ਼ੋਭਾ ਵਾਲਾ। ਨਿਰਛਲ ਜਨ ਜਹ ਰਹਿਮਨ ਪਾਵਨ, ਜਿੱਥੇ ਕੋਈ ਛਲ ਨਹੀਂ ਸੀ, ਜਿਹੜੇ ਲੋਕ ਸਨ ਛਲ ਤੋਂ ਬਿਨਾ ਉੱਥੇ ਭਾਈ ਜਹ ਰਹਿਮਨ ਪਾਵਨ ਰਹਿੰਦੇ ਸਨ। ਕਾਰਨ ਅਰ ਪ੍ਰਮਾਣ ਦਿਖਾਏ, ਇਸ ਤਰ੍ਹਾਂ ਭਾਈ ਗੁਰੂ ਮਹਾਰਾਜ ਦੇ ਕਾਰਨ ਦਾ ਪ੍ਰਮਾਣ ਦੱਸਿਆ। ਕਰਿਓ ਆਰਾਮ ਤ੍ਰਿਤੀ ਅਧਿਆਏ, ਇੱਥੇ ਫਿਰ ਕਿਹਾ ਕਿ ਤੀਜਾ ਅਧਿਆਏ ਜਿਹੜਾ ਹੈ ਉਹ ਸਮਾਪਤ ਕਰਦੇ ਹਾਂ। ਦੋਹਰਾ
ਹੁਣ ਚੌਥਾ ਅਧਿਆਇ, ਚੌਥਾ ਵਿਸ਼ਰਾਮ ਸ਼ੁਰੂ ਹੁੰਦਾ ਹੈ। ਅੰਗਦ ਚੰਦ ਅਮੰਦ ਗੁਰ, ਦੁਤੀ ਦੁਤੀ ਜਨ ਚੰਦ। ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਮੰਗਲ ਕਰਦੇ, ਜਿਵੇਂ ਪਹਿਲਾਂ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਮੰਗਲ ਕਰ ਲਿਆ, ਹੁਣ ਗੁਰੂ ਅੰਗਦ ਦੇਵ ਪਾਤਸ਼ਾਹ ਦਾ ਮੰਗਲ ਕਰਦੇ ਆ ਕਿ ਸਤਿਗੁਰੂ ਦੂਸਰੇ ਪਾਤਸ਼ਾਹ ਉਜਲ ਚੰਦਰਮਾ ਵਰਗੇ ਨੇ, ਸੋਭਾ ਵਾਲੇ ਆ, ਜਿਵੇਂ ਦੁਤੀ ਦੂਜ ਦਾ ਚੰਦ ਸੋਭਦਾ ਹੈ। ਸਿਸ ਸਸ ਪੋਖਕ ਸ਼ਾਂਤ ਕਰ, ਸੋਖਕ ਤਾਪ ਮੁਕੰਦ। ਤਾਂ ਆਪਣੀ ਸਿਸ ਸਸ ਪੋਖਕ ਸ਼ਾਂਤ ਕਰ, ਸਿੱਖਾਂ ਰੂਪੀ ਖੇਤੀਆਂ ਨੂੰ ਪਾਲ ਕੇ ਸ਼ਾਂਤ ਕਰਦੇ ਆ। ਸੋਖਕ ਤਾਪ ਮੁਕੰਦ, ਤਿੰਨ ਤਰ੍ਹਾਂ ਦੇ ਤਾਪ ਨੇ, ਆਦੀ ਵਿਆਦੀ ਉਪਾਦੀ। ਉਹਨੂੰ ਭਾਈ ਦੂਰ ਕਰਕੇ ਸੋਖ ਕੇ ਮੁਕੰਦ ਭਾਵ ਮੁਕਤੀ ਦੇਣ ਵਾਲੇ ਹਨ ਗੁਰੂ ਅੰਗਦ ਦੇ ਪਾਤਸ਼ਾਹ। ਕਬਿਤ ਸੰਪਟ ਸੁਧਾ ਕੇ ਬਸੁਧਾ ਕੇ ਸੁਖਦਾਇਕ ਜੇ। ਮਹਿਮਾ ਕਰਦੇ ਨੇ ਸਤਿਗੁਰੂ ਪਾਤਸ਼ਾਹ ਗੁਰੂ ਅੰਗਦ ਦੇ ਮਹਾਰਾਜ ਦੀ। ਸੰਪਟ ਸੁਧਾ ਕੇ, ਸੰਪਟ ਨਾਮ ਹੈ ਡੱਬੇ ਦਾ, ਬਾਕਸ ਦਾ। ਸੁਦਾ ਨਾਮ ਹੈ ਅੰਮ੍ਰਿਤ ਦਾ। ਗੁਰੂ ਅੰਗਦ ਦੇਵ ਜੀ ਅੰਮ੍ਰਿਤ ਦੇ ਹੀ ਡੱਬੇ। ਵਸੁਦਾ ਕੇ ਸੁਖਦਾਇਕ ਜੇ, ਧਰਾ ਜਿਹੜੀ ਵਸੁਦਾ ਧਰਤੀ ਸ੍ਰਿਸ਼ਟੀ ਨੂੰ ਸੁਖ ਦੇਣ ਵਾਲੇ। ਲਾਇਕ ਜਗ ਬੰਧਨ ਭਵ ਫੰਦਨ ਹਰਨ ਹੈ। ਔਰ ਜਗਤ ਦੇ ਨੂੰ, ਜਗਤ ਦੇ ਲਾਇਕ ਜਗ ਬੰਧਨ, ਬੰਧਨਾ ਕਰਨ ਦੇ ਲਾਇਕ ਨੇ ਗੁਰੂ ਅੰਗਦ ਦੇਵ ਜੀ। ਭਾਵ ਬੰਧਨਾ ਕਰਨ ਯੋਗ ਹੈ। ਭਾਵ ਫੰਦਨ ਹਰਨ ਹੈ, ਸੰਸਾਰ ਦੀਆਂ ਮੋਹ ਰੂਪੀ ਫਾਈਆਂ ਨੂੰ ਕੱਟਣ ਵਾਲੇ ਹਨ। ਚਿੰਤਾ ਮਨ ਪੂਰਨ ਕਰਈਆ ਮਨ ਚਿੰਤਾ ਕੇ। ਉਹ ਚਿੰਤਾਮਣੀ ਵਰਗੇ ਨੇ, ਚਿੰਤਾ ਮਨ ਪੂਰਨ ਕਰਈਆ ਮਨ ਚਿੰਤ, ਮਨ ਦੀਆਂ ਇੱਛਾ ਨੂੰ ਪੂਰੀਆਂ ਕਰਨ ਵਾਲੇ ਹਨ ਗੁਰੂ ਅੰਗਦ ਦੇਵ ਜੀ। ਦਾਸਨ ਨਿਜ ਹੇਤ ਭੂਤ ਤਾਰਨ ਤਰਨ ਹੈ। ਆਪਣਿਆਂ ਦਾਸਾਂ ਨੂੰ ਤਾਰਨ ਵਾਸਤੇ, ਕਿੱਥੋਂ ਤਾਰਨਾ? ਸੰਸਾਰ ਸਮੁੰਦਰ ਤੋਂ। ਨਾ ਦਾਸਨ ਨਿਜ ਹੇਤ, ਦਾਸਾਂ ਨੂੰ ਭਲਾ ਕਰਨ ਵਾਸਤੇ ਪੋਤ, ਪੋਤ ਨਾਮ ਹੈ ਜਿਹੜਾ ਉਹ ਜਹਾਜ਼ ਜਿਹੜਾ ਤੇਜ਼ ਚੱਲੇ। ਭਾਵ ਇਹ ਸੰਸਾਰ ਤੋਂ ਤਾਰਨ ਵਾਲੇ ਜਹਾਜ਼ ਸਰੂਪ ਹਨ ਗੁਰੂ ਅੰਗਦ ਦੇਵ। ਕਰੁਣਾ ਕੇ ਕੰਜ ਮੰਜ ਪੁੰਜ ਪਾਪ ਘਾਇਕ ਹੈ। ਫਿਰ ਕਰੁਣਾ ਦੇ ਕੰਜ ਨੇ, ਕਿਰਪਾ ਦੇ ਬਹੁਤ ਉਜਲ ਕਮਲ ਸਰੂਪ ਹੈ। ਮੰਜ ਪੁੰਜ ਪਾਪ, ਕਰੁਣਾ ਕੇ ਕੰਜ ਮੰਜ ਪੁੰਜ ਪਾਪ ਘਾਇਕ ਹੈ। ਸਾਰੇ ਪਾਪਾਂ ਨੂੰ, ਪੁੰਜ ਪਾਪ, ਪੁੰਜ ਭਾਵ ਜਿਤਨੇ ਵੀ ਹਨ ਸਾਰਿਆਂ ਨੂੰ ਮੇਟਣ ਵਾਲੇ, ਪਾਪ ਖਤਮ ਕਰਨ ਵਾਲੇ। ਦਾਇਕ ਮੁਕਤ ਦੀਨ ਸੰਤਨ ਸ਼ਰਨ ਹੈ। ਔਰ ਮੁਕਤੀ ਦਾਤੇ ਹੈ। ਫਿਰ ਦੀਨ ਕਹੀਏ ਗਰੀਬਾਂ ਨੂੰ, ਤੇ ਸੰਤਾਂ ਨੂੰ ਆਪਣੀ ਸ਼ਰਨ ਦੇਣ ਵਾਲੇ ਹੈ। ਗਰੀਬ ਕੀ ਸੰਤ ਕੀ ਗੁਰੂ ਅੰਗਦ ਦੇ ਪਾਤਸ਼ਾਹ ਦੀ ਚਰਨ ਸ਼ਰਨ ਵਿੱਚ ਆਉਂਦੇ ਹਨ। ਆਨੰਦ ਕੇ ਕੰਧ ਹੈ ਸੁਛੰਦ ਵਿਸ਼ਵ ਬੰਦਨੀਐ। ਮਹਾਰਾਜ ਆਨੰਦ ਦੇ ਕੰਧ ਹੈ, ਆਨੰਦ ਸਰੂਪ ਹੈ, ਆਨੰਦ ਦੇ ਦਾਤੇ, ਆਨੰਦ ਦਾ ਮੂਲ ਹੈ। ਸੋ ਛੰਦ ਵਿਸ਼ਵੀ ਨਹੀਂ ਹੈ, ਵਿਸ਼ਵ ਬੰਦਨੀ ਹੈ। ਸੋ ਛੰਦ ਇੱਕ ਸੁਤੰਤਰ ਹੈ, ਸਾਰੇ ਜਗਤ ਦੇ ਬੰਦਨਾ ਕਰਨ ਯੋਗ ਹਨ। ਗਿਆਨ ਸਿੰਘ ਬੰਦੋ ਗੁਰ ਅੰਗਦ ਚਰਨ ਹੈ। ਤੇ ਮੈਂ ਭਾਈ ਗਿਆਨ ਸਿੰਘ ਐਸੇ ਗੁਰੂ ਅੰਗਦ ਦੇਵ ਜੀ ਪਾਤਸ਼ਾਹ ਦੇ ਚਰਨਾਂ ਤੇ ਬੰਦਨਾ ਕਰਦਾ। ਇਹ ਭਾਵੇਂ ਕਿਹੋ ਜਿਹੇ ਗੁਰੂ ਨਾਨਕ ਦੇ ਪਾਤਸ਼ਾਹ ਦਾ ਦੱਸਣਾ ਅਵਤਾਰ ਦਾ, ਪਰ ਕਵੀਆਂ ਦਾ ਜਿਵੇਂ ਹੁੰਦਾ ਪਹਿਲਾਂ ਗੁਰੂ ਨਾਨਕ ਦੇ ਮਹਾਰਾਜ ਦੇ ਜਿਹੜੀ ਹੈ ਤੀਜੇ ਅਧਿਆਏ 'ਚ ਆਰੰਭ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਮੰਗਲ ਕੀਤਾ। ਚੌਥਾ ਅਧਿਆਏ ਆਰੰਭਦੇ ਨੇ ਗੁਰੂ ਅੰਗਦ ਦੇ ਪਾਤਸ਼ਾਹ ਦਾ ਮੰਗਲ ਕਰਨਗੇ। ਗੁਰੂ ਅੰਗਦ ਦੇ ਪਾਤਸ਼ਾਹ ਮਹਾਰਾਜ ਦਾ ਇਹ ਮਰਜ਼ਾਦਾ ਹੁੰਦੀ ਹੈ। ਜਿਵੇਂ ਸਮਾਂ ਜਿਹੜਾ ਹੈ ਨਾ, ਸਮੇਂ ਦੇ ਨਾਲ ਆਪਾਂ ਇਤਿਹਾਸ ਜਿਵੇਂ ਕਵੀ ਭਾਈ ਸੰਤੋਖ ਸਿੰਘ ਜੀ ਦਾ ਵੀ ਪੜ੍ਹਿਆ, ਭਾਵੇਂ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਦਾ ਹੀ ਉਹ ਕਹਿ ਰਹੇ ਨੇ ਸਰੂਪ। ਗੁਰੂ ਨਾਨਕ ਦੇਵ ਮਹਾਰਾਜ ਦਾ ਜਿਹੜਾ ਸ਼੍ਰੀ ਨਾਨਕ ਪ੍ਰਕਾਸ਼
ਪਰ ਗਿਆਨੀ ਗਿਆਨ ਰਤਨ ਆਪਣੇ ਗਿਆਨੀ ਸੰਤੋਖ ਸਿੰਘ ਜੀ ਨੇ ਮੰਗਲ ਭਾਈ ਦਾਸਾਂ ਪਾਤਸ਼ਾਹੀਆਂ ਤੱਕ ਹੀ ਕੀਤੇ, ਕਿਉਂਕਿ ਇਹ ਮਰਿਆਦਾ ਹੁੰਦੀ ਹੈ। ਇਸ ਮਰਿਆਦਾ ਦੇ ਤਹਿਤ ਹੀ ਗੱਲ ਬਣਦੀ ਹੈ। ਤੋ ਆਓ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਵਾਜ ਗੁਰੂ ਅੰਗਦ ਦੇ ਮਹਾਰਾਜ ਦੀ ਵਡਿਆਈ ਕਰਨ ਉਪਰੰਤ ਕਿ ਗੁਰੂ ਅੰਗਦ ਦੇ ਪਾਤਸ਼ਾਹ ਐਸੇ ਨੇ, ਉਹਨਾਂ ਦੇ ਚਰਨਾਂ ਤੇ ਮੇਰੀ ਨਮਸਕਾਰ ਹੈ। ਗੁਰੂ ਮਹਾਰਾਜ ਜੀ ਦੀ ਮਹਿਮਾ ਕਰਨ ਉਪਰੰਤ ਹੁਣ ਅੱਗੇ ਦੱਸਦੇ ਹਨ। ਦੋਹਰਾ ਅਬ ਸਭ ਸਿੱਖਨ ਸੱਜਣ ਕੋ ਹਾਥ ਜੋਰ ਸਿਰ ਨਾਈ। ਹੁਣ ਕੀ ਕਹਿੰਦੇ ਭਾਈ, ਸਾਰੇ ਸਿੱਖਾਂ ਸੱਜਣਾਂ ਨੂੰ ਹੱਥ ਜੋੜ ਕੇ ਮੈਂ ਆਪਣਾ ਸਿਰ ਨਿਵਾ ਕਰਕੇ, ਜੋ ਅਧਰਮ ਜਗ ਭਿਖ ਹਰੀ ਧਰਿਓ ਗੁਰੂ ਬਾਪ ਆਈ। ਜੋ ਅਧਰਮ ਨੂੰ ਵੇਖ ਕੇ ਅਕਾਲ ਪੁਰਖ ਨੇ ਪਾਪ ਹੁੰਦੇ ਵੇਖੇ ਜਗਤ ਦੇ ਉੱਤੇ, ਭਾਵ ਜਦੋਂ ਇਤਨੇ ਪਾਪ ਵੱਧ ਗਏ, ਧਰਿਓ ਗੁਰੂ ਬਾਪ ਆਏ, ਤਾਂ ਬਾਪ ਨਾਮ ਹੈ ਸਰੂਪ ਦਾ, ਤਾਂ ਭਾਈ ਗੁਰੂ ਸਰੂਪ ਧਾਰਨ ਕਰਕੇ ਗਰੀਬ ਨਵਾਜ ਪਾਤਸ਼ਾਹ ਮਹਾਰਾਜ ਜੀ ਫਿਰ ਅਕਾਲ ਪੁਰਖ ਜਿਹੜਾ ਹੈ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਰੂਪ ਵਿੱਚ ਜਗਤ ਤੇ ਆਏ ਸੰਸਾਰ ਨੂੰ ਤਾਰਨ ਵਾਸਤੇ। ਇਹ ਭਾਵਨਾ ਗੁਰਮੁਖੋ ਮਨ ਦੇ ਵਿੱਚ ਦੇਖੋ ਹੋਣੀ ਚਾਹੀਦੀ ਹੈ ਕਿ ਜੋ ਸਤਿਗੁਰੂ ਨੇ ਸਾਡੇ, ਉਹ ਬ੍ਰਹਮ ਸਰੂਪ ਹੈ, ਅਕਾਲ ਪੁਰਖ ਦਾ ਸਰੂਪ ਹੈ। ਜਦੋਂ ਅੰਦਰ ਭਾਵਨਾ ਐਸੀ ਹੋ ਜਾਵੇਗੀ ਫੇਰ ਬਾਤ ਬਣਦੀ ਹੈ ਕਿ ਇਸ ਗੱਲ ਨੂੰ ਜਿੰਨੇ ਵੀ ਪ੍ਰਾਤਨ ਤੁਸੀਂ ਵੇਖੋ, ਉਹਨਾਂ ਨੇ ਭਾਈ ਗੁਰੂ ਸਾਹਿਬਾਂ ਨੂੰ ਬ੍ਰਹਮ ਸਰੂਪ ਦੇ ਵਿੱਚ ਵੇਖਿਆ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬ੍ਰਹਮ ਸਰੂਪ ਦੇ ਵਿੱਚ ਜਗਤ ਤੇ ਜੋ ਅਕਾਲ ਪੁਰਖ ਨੇ ਆਪਣਾ ਸਰਗੁਣ ਸਰੂਪ ਧਾਰਿਆ, ਇਹ ਜਗਤ ਦੇ ਵਿੱਚ ਐਸੇ ਪਾਪ ਹੋਣ ਤੇ ਸੋ ਸਭ ਇਸ ਅਧਿਆਏ ਮੈਂ ਦੇਹੋ ਠੀਕ ਦਿਖਾਈ। ਉਹ ਕਹਿੰਦੇ ਇਸ ਅਧਿਆਏ ਵਿੱਚ, ਇਹ ਜਿਹੜਾ ਚੌਥਾ ਅਧਿਆਏ ਹੈ, ਇਹਦੇ ਵਿੱਚ ਅਸਲ ਵਿੱਚ ਇੱਥੇ ਜਿਹੜਾ ਹੈ ਭਾਸ਼ਾ ਵਿਭਾਗ ਨੇ ਜਿਹੜਾ ਚੌਥਾ ਅਧਿਆਏ ਹੈ ਉਸ ਪੰਜਵੇਂ ਨੂੰ ਚੌਥੇ ਤੇ ਲਿਆਂਦਾ ਹੈ, ਲੇਕਿਨ ਜਿਹੜੀ ਆਪਾਂ ਲਿਖਤ ਤੋਂ ਵਿਚਾਰ ਕਰ ਰਹੇ ਹਾਂ, ਇੱਥੇ ਇਹ ਚੌਥੇ ਅਧਿਆਏ ਵਿੱਚ ਕਾਰਨ ਦੱਸੇ ਕਿ ਉਹ ਮੈਂ ਕਾਰਨ ਜਿਹੜੇ ਧਰਮ ਹੋਏ, ਪਾਪ ਹੋਏ, ਜਿਨ੍ਹਾਂ ਨੂੰ ਵੇਖ ਕਰਕੇ ਪ੍ਰਮਾਤਮਾ ਨੇ ਗੁਰੂ ਸਰੂਪ ਧਾਰਿਆ, ਸੋ ਸਭ ਇਸ ਅਧਿਆਏ ਮੈਂ ਦੇਹੋਂ ਠੀਕ ਦਿਖਾਇਓ। ਤੁਹਾਨੂੰ ਚੰਗੀ ਤਰ੍ਹਾਂ ਭਾਈ ਦੱਸਦਾ ਹਾਂ। ਜਿਹੇ ਪਿਖ ਗੁਰ ਉਪਕਾਰ ਮੈਂ ਸੰਸੈ ਸਕਲ ਬਿਲਾਈ। ਜੋ ਵੇਖ ਕੇ ਗੁਰੂ ਮਹਾਰਾਜ ਦੇ ਪਰਉਪਕਾਰ ਦੇਖੋ, ਸਾਰੇ ਸੰਸ਼ੇ ਦੂਰ ਹੋ ਜਾਣਗੇ। ਸੰਮਤ 1000 ਤੈ ਬਾਦ ਆਏ ਤੁਰਕੇਸ਼। ਜਦੋਂ ਬਿਕਰਮੀ ਸੰਮਤ 1000 ਸੀ, ਉਸ ਤੋਂ ਬਾਅਦ ਫਿਰ ਇੱਥੇ ਤੁਰਕ ਆਏ। ਭਾਵ ਕੀ ਹੈ ਕਿ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦਾ ਜਿਹੜਾ ਅਵਤਾਰ ਹੈ, ਉਹ ਗੁਰਮੁਖੋ 1536 ਬਿਕਰਮੀ ਨੂੰ ਗੁਰੂ ਮਹਾਰਾਜ ਜੀ ਦਾ ਅਵਤਾਰ ਹੋਇਆ। ਕੱਤਕ ਸੁਦੀ ਪੂਰਨਮਾਸੀ 1536 ਬਿਕਰਮੀ, ਆਮ ਤੌਰ ਤੇ 1469 ਕਹਿੰਦੇ ਆ ਆਪਾਂ, ਤੇ 1526 36 ਨਹੀਂ ਜਾਣਨਾ, 26 ਬਿਕਰਮੀ, ਕਿਉਂਕਿ 57 ਇਹਦੇ ਵਿੱਚ ਜੋੜ ਲੈਣੇ ਆ। 1469 ਵਿੱਚ 57 ਜੋੜੋ, ਇਹ ਤਾਂ 1469 ਤਾਂ ਬਾਅਦ ਚੱਲਿਆ ਨਾ, ਪਹਿਲਾਂ ਨਹੀਂ ਸੀ। ਹੁਣ ਭਾਵੇਂ ਕਿਤਾਬਾਂ ਦੇ ਵਿੱਚ ਅਪ੍ਰੈਲ ਦਾ ਮਹੀਨਾ ਲਿਖਤਾ, ਕਿਉਂਕਿ ਆਮ ਕਈ ਸਵਾਲ ਕਰਦੇ ਜੀ ਸਕੂਲੀ ਕਿਤਾਬਾਂ ਵਿੱਚ ਤਾਂ 69 ਲਿਖਿਆ, ਇਹ ਇੰਨੀ 14 ਕਨੀ ਕਿੰਨੇ ਅਪ੍ਰੈਲ ਲਿਖਿਆ, 15 ਅਪ੍ਰੈਲ 1469 ਈਸਵੀ। ਹੁਣ ਉਹ ਭਾਈ ਕਿਹੜਾ ਕੋਈ ਉਹਨਾਂ ਨੇ ਇੱਥੋਂ ਦਾ ਦੇਖਿਆ, ਉਹ ਤਾਂ ਹੁਣ ਕਿਤਾਬਾਂ ਲਿਖੀਆਂ ਉਹਨਾਂ ਨੇ ਇਸ ਤਰ੍ਹਾਂ ਲਿਖਤਾ। ਉਦੋਂ ਤਾਂ ਇੱਥੇ ਕੋਈ 1469 ਈਸਵੀ ਸਨ ਦਾ ਤਾਂ ਨਾਂ ਥੇ ਵੀ ਨਹੀਂ ਸੀ। ਈਸਵੀ ਸਨ ਤਾਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਪ੍ਰਚਲਿਤ ਹੋਇਆ, ਜਾਂ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ
ਇਹ ਆਪਾਂ ਗੱਲ ਜਾਣਗੇ ਕਿ ਜਦੋਂ ਅੰਗਰੇਜ਼ ਆਏ ਉਹਨਾਂ ਨੇ ਦਿੱਲੀ ਤੇ ਕਬਜ਼ਾ ਕਰ ਲਿਆ। ਸ਼ਾਹ ਆਲਮ ਉਦੋਂ ਦਾ ਬਾਦਸ਼ਾਹ ਸੀ। ਜਦੋਂ ਬਾਬਾ ਬਘੇਲ ਸਿੰਘ ਹੋਣੀ ਸਨ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੇ, ਉਹਨਾਂ ਨੇ ਫਿਰ ਆਪਣੀਆਂ ਜਿਹੜੀਆਂ ਲਿਖਤਾਂ ਸੀ ਉਹ ਈਸਵੀ ਸਨ ਵਿੱਚ ਲਿਖੀਆਂ। ਇਸ ਕਰਕੇ ਤੁਸੀਂ ਦੇਖੋ ਅੰਗਰੇਜ਼ਾਂ ਦੀਆਂ ਲਿਖਤਾਂ ਉਦੋਂ ਦੀਆਂ ਈਸਵੀ ਸਨ ਤੋਂ ਹੈ, ਲੇਕਿਨ ਪਹਿਲਾਂ ਜਿੰਨਾ ਵੀ ਤੁਸੀਂ ਇਤਿਹਾਸ ਵੇਖੋਗੇ ਉਹ ਬਿਕਰਮੀ ਸੰਮਤ ਵਿੱਚ ਹੀ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਵੀ ਜਿਹੜਾ ਆਉਂਦਾ ਸ਼ਬਦ ਆਵਨ 78 ਜਾਨ 97 ਹੋਰ ਵੀ ਉੱਠ ਸੀ ਮਰਦ ਕਾ ਚੇਲਾ, ਹੀ ਬਿਕਰਮੀ ਸੰਮਤ 78 ਤੇ 97। ਇਸ ਕਰਕੇ ਉਹਦੇ ਵਿੱਚ ਆਪਾਂ ਇਹ ਜਾਣ ਲੈਣਾ 1526 ਬਿਕਰਮੀ ਗੁਰੂ ਨਾਨਕ ਦੇ ਪਾਤਸ਼ਾਹ। ਇਹ 1526 ਹੈ, ਭਾਵ 526 ਸਾਲ ਗੁਰੂ ਨਾਨਕ ਦੇ ਮਹਾਰਾਜ ਦੇ ਅਵਤਾਰ ਤੋਂ ਪਹਿਲਾਂ ਇੱਥੇ ਤੁਰਕ ਆ ਗਏ ਸੀ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਸਮੇਂ ਜਿਹੜੇ ਸਨ ਫਰਾਂਸੀਸੀ ਫਰੰਗੀ ਵਗੈਰਾ ਜਿਹੜੇ ਆ ਉਹ ਆਉਣੇ ਸ਼ੁਰੂ ਹੋ ਗਏ ਸੀ। ਕੋਈ ਨੌਕਰੀਆਂ ਕਰਨ ਲੱਗ ਗਏ ਸੀ ਇੱਥੇ ਰਿਆਸਤਾਂ ਵਿੱਚ ਆ ਕੇ। ਉਹ ਸਮਾਂ ਦੱਸਦੇ ਨੇ ਸੰਮਤ 1000 ਹੈ, ਬਿਕਰਮੀ ਸੰਮਤ 1000 ਤੋਂ ਬਾਅਦ ਆਏ ਤੁਰਕੇਸ਼। ਉਸ ਤੋਂ ਬਾਅਦ ਤੁਰਕ ਇਸ ਧਰਤੀ ਤੇ ਆਏ। ਜ਼ੁਲਮ ਅਤੁਲਮ ਕਮਾਏ ਤੈਨ, ਲੂਟ ਉਜਾਰਿਓ ਦੇਸ਼। ਜ਼ੁਲਮ ਅਤੁਲਮ ਦਾ ਭਾਵ ਹੈ ਨਾ ਤੋਲੇ ਜਾਣ ਵਾਲੇ। ਬੇਅੰਤ ਜ਼ੁਲਮ ਉਹਨਾਂ ਨੇ ਕੀਤੇ, ਇਸ ਦੇਸ਼ ਨੂੰ ਲੁੱਟ ਕੇ ਉਜਾੜ ਦਿੱਤਾ। ਹਿੰਦਨ ਜਿਉ ਦੁੱਖ ਤੁਰਕੇਸ਼ਨ ਦੇਸ਼ਨ ਵਿਖੈ, ਹਿੰਦਨ ਜਿਉ ਦੁੱਖ ਦੀਨ। ਤੇ ਤੁਰਕਾਂ ਨੇ ਇਸ ਦੇਸ਼ ਦੇ ਵਿੱਚ ਇੱਥੋਂ ਦੇ ਹਿੰਦ ਵਾਸੀਆਂ ਨੂੰ ਜਿਵੇਂ ਦੁੱਖ ਦਿੱਤੇ। ਅਨਾਚਾਰ ਸੰਸਾਰ ਮੈਂ ਵੱਡਿਓ ਜੈਸੇ ਅਤ ਪੀਨ। ਤੇ ਅਨਾਚਾਰ ਅਤਿਆਚਾਰ ਬੁਰੇ ਆਚਾਰ ਬੁਰੇ ਕਰਮ ਸੰਸਾਰ ਵਿੱਚ ਵਧੇ ਬਹੁਤ ਜ਼ਿਆਦੇ, ਜਿਸ ਤਰ੍ਹਾਂ ਭਾਈ ਬਹੁਤ ਭਾਰੀ ਜਿਵੇਂ ਵੱਧ ਗਏ। ਸੋ ਸਭ ਅਬ ਦਿਖਰਾਏ ਹੋ ਚਤੁਰਤ ਧਿਆਏ ਮਝਾਰ। ਗਿਆਨੀ ਗਿਆਨ ਸਿੰਘ ਜੀ ਕਹਿੰਦੇ ਭਾਈ ਉਹ ਸਾਰਾ ਮੈਂ ਇੱਥੇ ਚੌਥੇ ਅਧਿਆਏ ਦੇ ਵਿੱਚ ਤੁਹਾਨੂੰ ਦਿਖਾਉਂਦਾ ਹਾਂ। ਸੁਨੋ ਸੁਰਤਾ ਸ਼ਰਵਨ ਦੇ ਗੁਰ ਗਾਥਾ ਸੁਖਕਾਰ। ਤੋ ਸਾਰੇ ਸਰੋਤੇ ਭਾਈ ਧਿਆਨ ਸਹਿਤ ਇਹ ਗੁਰੂ ਕੀ ਜਿਹੜੀ ਸੁਖਦਾਈ ਕਥਾ ਇਸ ਨੂੰ ਸਰਵਣ ਕਰੋ। ਚੌਪਈ ਪ੍ਰਥਮ ਗਜਨਵੀ ਆਇਓ ਮਹਮੂਦ। ਪਹਿਲਾਂ ਇੱਥੇ ਮਹਿਮੂਦ ਗਜਨਵੀ ਆਇਆ। 11 ਬੇਰ ਹਿੰਦ ਪਰ ਕੂਦ। ਉਸ ਨੇ 11 ਹਮਲੇ ਕੀਤੇ, ਹਿੰਦੁਸਤਾਨ ਨੂੰ 11 ਵਾਰੀ ਲੁੱਟਿਆ। 1 ਲੱਖ ਤੈ ਜ਼ਿਆਦੇ ਫੌਜ, 1 ਲੱਖ ਤੋਂ ਉਹਦੇ ਕੋਲੇ ਜ਼ਿਆਦਾ ਫੌਜ ਸੀ। ਸੰਗ ਲਿਆਵੇ ਜਾਨ ਸਿੰਧ ਮੌਜ। ਜਿਵੇਂ ਭਾਈ ਸਿੰਧ ਮੌਜ ਸਮੁੰਦਰ ਦੀਆਂ ਲਹਿਰਾਂ ਆਉਂਦੀਆਂ ਸੀ, ਇਸ ਤਰ੍ਹਾਂ 1 ਲੱਖ ਦੀ ਫੌਜ ਤੋਂ ਜ਼ਿਆਦਾ ਫੌਜ ਆਪਣੇ ਨਾਲ ਲਿਆਉਂਦਾ। ਬਾਂਧ 50 ਕੋਸ ਮੈਂ ਪੱਲਾ। ਤੇ 50 ਕੋਹ ਦੇ ਵਿੱਚ ਪਰਾ ਕਹੀਏ ਕਤਾਰ, ਉਹ ਜਿਹੜੀ ਸੀ 50 ਕੋਹ ਤੱਕ ਆਪਣੀ ਫੌਜ ਦੀ ਕਤਾਰ ਬਣਾ ਲੈਂਦਾ। ਕਰਵਾਵੇ ਯਵਨੋਂ ਕਾ ਹੱਲਾ। ਮਹਿਮੂਦ ਗਜਨਵੀ ਤੁਰਕਾਂ ਦਾ ਹੱਲਾ ਕਰਵਾਉਂਦਾ। ਅੱਗੇ ਤਿੰਨ ਕੈ ਨਗਰ ਜੋ ਆਵੇ। ਅੱਗੇ ਜਿਹੜਾ ਉਹਨਾਂ ਦੇ ਕੋਈ ਨਗਰ ਆ ਜਾਂਦਾ। ਲੂਟ ਸੁਮਾਰ ਉਜਾੜ ਕਰਾਵੇ। ਲੁੱਟ ਮਾਰ ਕਰਦਾ ਉਸ ਨਗਰ ਨੂੰ ਉਜਾੜ ਦਿੰਦਾ ਸੀ। ਆਮ ਕਤਲ ਵਹਿ ਕਰਤੇ ਜਾਹੀ। ਜੋ ਅੱਗੇ ਆਇਆ ਉਹਨੂੰ ਕਤਲ ਕਰ ਦਿੰਦੇ ਸੀ। ਇੱਥੋਂ ਦੇ ਲੋਕਾਂ ਨੂੰ ਆਮ ਹੀ ਇਸ ਤਰ੍ਹਾਂ ਕਤਲ ਕਰਦੇ ਜਾਂਦੇ। ਪਰ ਭਾਜੜਾਂ ਦੇਸ਼ਨ ਮਾਹੀ। ਜਦੋਂ ਆਉਂਦਾ ਮਹਿਮੂਦ ਗਜਨਵੀ ਤਾਂ ਦੇਸ਼ ਵਿੱਚ ਭਾਜੜ ਪੈ ਜਾਂਦੀ ਸੀ। ਕਈ ਲੱਖ ਜੋ ਕਤਲ ਕਰੈ ਕੈ। ਮਹਿਮੂਦ ਗਜਨਵੀ ਨੇ ਕਈ ਲੱਖਾਂ ਹਿੰਦ ਵਾਸੀਆਂ ਨੂੰ ਕਤਲ ਕੀਤਾ। ਮੰਦਰ ਦੇਵਨ ਘੇਰ ਗਿਰੈ ਕੈ। ਤੇ ਦੇਵਤਿਆਂ ਦੇ ਭਾਈ ਜਿਹੜੇ ਮੰਦਰ ਸਨ ਹਿੰਦੂ ਧਰਮ ਦੇ, ਉਹਨਾਂ ਨੂੰ ਗੇਰ ਦਿੱਤਾ, ਢਾ ਦਿੱਤਾ ਉਸਨੇ। ਜਰ ਕੇ ਗਾਡੇ ਊਂਟ ਲਦੈ ਕੈ। ਸੋਨੇ ਦੇ ਗੱਡੇ ਜਿਹੜੇ ਸੀ
ਊਠਾਂ ਨਾਲ ਲੱਦ ਕੇ ਧਨ ਦੇ ਜਿਹੜੇ ਭਾਵ ਜਰ ਕੇ ਧਨ ਆਦਿਕ ਦੇ ਖੁਰਦ ਉਮਰ ਨਰ ਨਾਰ ਫੜੈ ਕੈ। ਤੇ ਜਿੱਥੇ ਧਨ ਲੈ ਕੇ ਜਾਂਦੇ ਗੱਡਿਆਂ 'ਚ ਲੱਦ ਕੇ ਖੁਰਦ ਉਮਰ ਭਾਵ ਜਿਹੜੀ ਛੋਟੀ ਉਮਰ ਦੇ ਬੱਚੇ ਬੱਚੀਆਂ ਸਨ ਨਾ, ਉਹਨਾਂ ਨੂੰ ਫੜ ਕੇ ਲੈ ਜਾਵੇ ਨਿਜ ਦੇਸ਼ ਮਝਾਰੇ। ਉਹ ਆਪਣੇ ਦੇਸ਼ ਵਿੱਚ ਲੈ ਜਾਂਦਾ ਸੀ। ਕਰੇ ਗੋਲੀਆਂ ਗੋਲੇ ਸਾਰੇ, ਤੇ ਉੱਥੇ ਗੁਲਾਮ ਬਣਾਉਂਦਾ ਸੀ। ਉਹਨਾਂ ਲੋਕਾਂ ਨੂੰ ਗੋਲੀਆਂ ਗੋਲੇ ਭਾਵ ਗੁਲਾਮ ਬਣਾ ਲੈਂਦਾ ਸੀ। ਇੰਨਾ ਕੁਝ ਹੋਇਆ। ਜਦੋਂ ਗ੍ਰੰਥ ਪੜ੍ਹਦੇ ਆ ਨਾ, ਦੇਖੋ ਸਾਰੀ ਗੱਲ ਤੁਹਾਡੇ ਸਾਹਮਣੇ ਆਵੇਗੀ। ਜ਼ੁਲਮ ਕਿੰਨੇ ਹੋਏ। ਗੁਰੂ ਮਹਾਰਾਜ, ਗੁਰੂ ਕੇ ਸਿੱਖਾਂ, ਗੁਰੂ ਕੇ ਖਾਲਸੇ ਨੇ ਇਹਨਾਂ ਦੁਸ਼ਮਣਾਂ ਦਾ ਮੁਕਾਬਲਾ ਕੀਤਾ, ਨਹੀਂ ਤਾਂ ਜ਼ਰੂਰਤ ਨਹੀਂ ਸੀ ਕੋਈ ਕਰਦਾ। ਇਹ ਅੱਜ ਕਿਹੋ ਜਿਹਾ ਸਮਾਂ ਤੇ ਕਿਸ ਮੋੜ ਤੇ ਸਾਨੂੰ ਲਿਆਤਾ। ਜਿਹੜੇ ਕਦੇ ਗੁਰੂ ਖਾਲਸੇ ਅੱਗੇ ਪੁਕਾਰਾਂ ਕਰਦੇ ਹੁੰਦੇ ਸੀ, ਅੱਜ ਉਹਨਾਂ ਦੀ ਅੰਸ਼ ਬੰਸ਼ ਔਲਾਦਾਂ ਇਸ ਦੇਸ਼ ਦੀ ਇੱਜ਼ਤ ਆਬਰੂ ਬਚਾਉਣ ਵਾਲੇ ਗੁਰੂ ਸਾਹਿਬਾਨਾਂ, ਗੁਰੂ ਕੇ ਸਿੰਘਾਂ ਦੀ ਅੱਗੇ ਔਲਾਦ ਸਿੱਖਾਂ ਨੂੰ ਅੱਜ ਦੇਖੋ ਗਦਾਰ, ਦੇਸ਼ ਧਰੋਹੀ ਇਤਿਆਦਿਕ ਸ਼ਬਦ ਕਹਿੰਦੇ ਆ। ਇਹ ਗੱਲਾਂ ਸੁਣ ਕੇ ਬੜਾ ਦੁੱਖ ਲੱਗਦਾ ਹੈ। ਪਰ ਜਦੋਂ ਆਪਾਂ ਗ੍ਰੰਥ ਪੜ੍ਹਦੇ ਹਾਂ ਤਾਂ ਹਾਲ ਐਸਾ ਸੀ ਇਸ ਦੇਸ਼ ਦਾ। ਕਰੇ ਜ਼ੁਲਮ ਤਿਸਨੇ ਤਬ ਜੈਸੇ, ਤਾਂ ਉਹਨੇ ਇਸ ਤਰ੍ਹਾਂ ਦੇ ਜਿਵੇਂ ਜ਼ੁਲਮ ਕੀਤੇ। ਹਮ ਸੈ ਲਿਖੇ ਨਾ ਜਾਵਤ ਤੈਸੇ। ਗਿਆਨੀ ਗਿਆਨ ਸਿੰਘ ਜੀ ਕਹਿੰਦੇ, ਗੁਰਮੁਖੋ ਮੇਰੇ ਕੋਲੋਂ ਉਸ ਤਰ੍ਹਾਂ ਲਿਖ ਨਹੀਂ ਹੁੰਦੇ। ਯਾਦ ਕਰਨ ਤੈ ਛਤੀਆ ਫਰ ਹੈ। ਮੈਂ ਤਾਂ ਉਹ ਜ਼ੁਲਮਾਂ ਨੂੰ ਯਾਦ ਵੀ ਕਰਦਾ, ਮੇਰੀ ਛਾਤੀ ਪਾਟਦੀ ਹੈ। ਕਰ ਕਾਂਪਤ ਅੱਖੀਆਂ ਜਲ ਭਰ ਹੈ। ਮੇਰੇ ਤਾਂ ਲਿਖਦੇ ਦੇ ਹੱਥ ਕੰਬਦੇ, ਅੱਖਾਂ ਪਾਣੀ ਨਾਲ ਭਰ ਜਾਂਦੀਆਂ ਨੇ। ਪੁਨ ਸੰਮਤ 1186। ਇਹ ਸਮਾਂ ਆਇਆ, ਇਹ ਮਹਿਮੂਦ ਗਜਨਵੀ ਲੁੱਟਦਾ ਰਿਹਾ। ਸੰਮਤ 1186 ਬਿਕਰਮੀ ਸੰਮਤ। ਮਾਹੇ ਅਯੋ ਗੌਰੀ ਦੁੱਖ ਰਾਸੀ। ਉਹ ਤੋਂ ਬਾਅਦ ਫਿਰ ਗੌਰੀ ਆਇਆ, ਮੁਹੰਮਦ ਗੌਰੀ, ਦੁੱਖਾਂ ਨੂੰ ਦੇਣ ਵਾਲਾ। ਨਾਮ ਸੁਹਾਬਲ ਦੀਨ ਸੁਖਾਨੇ, ਤੇ ਨਾਮ ਸੀ ਜਿਹੜਾ ਹੈ ਨਾਲ ਹੋਰ ਇਹੋ ਜੇ ਸੁਹਾਬਲ ਦੀਨ ਪਠਾਨ, ਜੋ ਹਿੰਦਨ ਕੋ ਦੁੱਖ ਦੀਏ ਮਹਾਨੇ। ਇਹ ਮੁਹੰਮਦ ਗੌਰੀ ਇਤਿਆਦਿਕ ਇਹਨਾਂ ਨੇ ਹਿੰਦ ਵਾਸੀਆਂ ਨੂੰ, ਹਿੰਦੂਆਂ ਨੂੰ ਬਹੁਤ ਜ਼ਿਆਦਾ ਦੁੱਖ ਦਿੱਤੇ। ਹੁਤੋ ਹਿੰਦ ਕਾ ਤਬ ਮਹਾਰਾਜਾ। ਉਸ ਸਮੇਂ ਹਿੰਦੁਸਤਾਨ ਦਾ ਜਿਹੜਾ ਮਹਾਰਾਜਾ ਸੀ, ਗੋਤ ਚੌਹਾਨ ਸੋ ਪ੍ਰਿਥੂ ਰਾਜਾ। ਉਹ ਸੀ ਚੌਹਾਨ ਗੋਤ ਦਾ ਪ੍ਰਿਥੂ, ਭਾਵ ਪ੍ਰਿਥੂ ਚੌਹਾਨ ਉਹਦਾ ਨਾਂ ਸੀ। ਗ੍ਰੰਥਾਂ ਵਿੱਚ ਆਉਂਦਾ ਰਾਜਾ ਸੀ। ਰਾਏ ਪਥੌਰਾ ਭੀ ਤੇ ਨਾਮ। ਉਹਦਾ ਨਾਮ ਭਾਈ ਰਾਏ ਪਥੌਰਾ ਵੀ ਕਿਹਾ ਜਾਂਦਾ ਸੀ। ਰਾਏ ਪਥੌਰਾ ਪ੍ਰਿਥੂ, ਰਾਏ ਪ੍ਰਿਥੂ ਪਥੌਰਾ ਵੀ ਕਹਿੰਦੇ ਸਨ। ਚੌਹਾਨ ਗੋਤ ਦਾ ਸੀ ਉਹਦਾ ਨਾਮ। ਲੈ ਬਹੁ ਨਿਰਪੈ ਕੀਏ ਸੰਗਰਾਮ। ਉਹਨੇ ਕੁਝ ਰਾਜਿਆਂ ਨੂੰ ਲੈ ਕਰਕੇ ਜੰਗ ਕੀਤਾ। ਆਖਰ ਹਾਰ ਗਇਓ ਗ੍ਰਿਫਤਾਰਾ। ਆਖਰ ਫਿਰ ਉਹ ਮੁਹੰਮਦ ਗੌਰੀ ਨੇ ਉਹਨੂੰ ਹਰਾ ਲਿਆ, ਗ੍ਰਿਫਤਾਰ ਕਰ ਲਿਆ। ਮੁਲਕ ਹਿੰਦ ਤੁਰਕਿੰਦ ਸੰਭਾਰਾ। ਤੇ ਇਹ ਹਿੰਦੁਸਤਾਨ ਮੁਲਕ ਨੂੰ ਤੁਰਕਾਂ ਦਾ ਜਿਹੜਾ ਬਾਦਸ਼ਾਹ ਤੁਰਕਿੰਦ ਮੁਹੰਮਦ ਗੌਰੀ ਉਹਨੇ ਸਾਂਭ ਲਿਆ। ਦਿੱਲੀ ਵਿੱਚ ਤਖਤ ਪਰ ਬੈਠਾ, ਤੇ ਦਿੱਲੀ ਦੇ ਵਿੱਚ ਉਹ ਤਖਤ ਤੇ ਬੈਠ ਗਿਆ। ਸਭ ਭੂਪਨ ਕਾ ਸੁਰਤ ਤੇ ਐਠਾ। ਤੇ ਉਹਨੇ ਸੁਰਤ ਤੇ ਐਠਾ, ਐਠ ਨਾਮ ਦਾ ਖਿੱਚਣ ਦਾ, ਸੁਰਤ ਨਾਮ ਹੈ ਕੰਨਾਂ ਦਾ। ਦਿੱਲੀ ਦੇ ਤਖਤ ਤੇ ਬੈਠ ਕੇ ਮੁਹੰਮਦ ਗੌਰੀ ਨੇ ਸਾਰੇ ਰਾਜਿਆਂ ਦੇ ਕੰਨ ਖਿੱਚਤੇ, ਤਾੜਨਾ ਕਰਤੀ। ਗੌਰੀ ਅਫਗਾਨੋ ਨੈ ਰਾਜ। ਇਹ ਗੌਰੀ ਅਫਗਾਨਾ ਪਠਾਣਾ ਨੇ ਜੋ ਰਾਜ 11 ਪੀੜ੍ਹੀ ਕਰਿਓ ਦਰਾਜ। ਲੰਮਾ ਸਮਾਂ 11 ਪੀੜ੍ਹੀਆਂ ਰਾਜ ਕੀਤਾ। 1346 ਗਇਓ। ਤੇ 1346 ਦੇ ਵਿੱਚ ਇਹਨਾਂ ਗੌਰੀਆਂ ਦਾ ਰਾਜ ਖਤਮ ਹੋਇਆ। ਫਿਰ ਫਿਰੋਜ਼ ਸ਼ਾਹ ਖਿਲਜੀ ਭਇਓ। ਖਿਲਜੀ ਗੋਤ ਹੈ, ਫਿਰੋਜ਼ ਸ਼ਾਹ ਖਿਲਜੀ ਬਾਦਸ਼ਾਹ ਬਣਿਆ। ਉਨ ਭੀ ਹਿੰਦਨ ਕੋ ਦੁੱਖ ਭਾਰੇ।
ਉਹਨੇ ਵੀ ਹਿੰਦੂਆਂ ਨੂੰ ਬਹੁਤ ਵੱਡੇ ਦੁੱਖ ਦਏ, ਕਰੇ ਫਰ ਤੁਰਕ ਅਪਾਰੇ। ਤੇ ਇਸ ਤਰ੍ਹਾਂ ਭਾਈ ਬਹੁਤ ਦੁੱਖ ਦਿੱਤੇ, ਕਰੇ ਫਰ ਤੁਰਕ ਅਪਾਰੇ, ਬੇਅੰਤ ਲੋਕਾਂ ਨੂੰ ਫੜ ਕੇ ਤੁਰਕ ਕਰ ਦਿੱਤਾ। ਇਸ ਤਰ੍ਹਾਂ ਬੜੇ ਤੁਰਕ ਕੀਤੇ, ਮੁਸਲਮਾਨ ਬਣਾਏ। 6 ਪੀੜ੍ਹੀ ਤਿੰਨ ਕੀਨੀ ਸ਼ਾਹੀ। ਫਿਰ 6 ਪੀੜ੍ਹੀਆਂ ਉਸਨੇ ਰਾਜ ਕੀਤਾ। 1346 ਤੋਂ ਭਾਵ 1380 ਉਸ ਸਮੇਂ ਤੱਕ ਇਹਦੀਆਂ ਜਿਹੜੀਆਂ ਸੀ 6 ਪੀੜ੍ਹੀਆਂ ਜਿਹੜਾ ਹੈ ਉਹ ਰਾਜ ਕੀਤਾ ਇਸਨੇ। ਪੁਨ 1380 ਮਾਹੀ। 6 ਪੀੜ੍ਹੀ ਤਿੰਨ ਕੀਨੀ ਸ਼ਾਹੀ, ਪੁਨ 1380। ਫਿਰ 1380 ਬਿਕਰਮੀ ਸੰਮਤ ਵਿੱਚ ਤੁਗਲਕ ਗੋਤ ਅਲਾਉਲਦੀਨ, ਇੱਕ ਅਲਾਉਦੀਨ ਤੁਗਲਕੀ, ਉਹ ਜਿਹੜਾ ਤੁਗਲਕ ਗੋਤ ਦਾ ਸੀ, ਬਾਦਸ਼ਾਹ ਹੋਇਓ ਪਦ ਪੀਨ। ਬਾਦਸ਼ਾਹ ਹੋਇਓ ਬਦ ਪੀਨ, ਬਹੁਤ ਹੀ ਭੈੜਾ ਬਾਦਸ਼ਾਹ ਹੋਇਆ ਅਲਾਉਦੀਨ ਜਿਹੜਾ ਸੀ, ਇਹ ਬਹੁਤ ਭੈੜਾ ਬਾਦਸ਼ਾਹ ਸੀ। ਇਸ ਹੀ ਕੇ ਤਬ ਅਹਿਦ ਮਝਾਰੇ, ਇਹਦੇ ਸਮੇਂ ਦੇ ਵਿੱਚ ਉਸ ਸਮੇਂ ਤਿਮਰ ਲੰਗ ਲੈ ਸੈਨ ਪਾਰੇ, ਜਿਹੜਾ ਤਿਮਰ ਲੰਗ ਸੀ ਬਹੁਤ ਜ਼ਿਆਦਾ ਫੌਜ ਲੈ ਕੇ, ਜਿਹਨੇ ਬਹੁਤ ਫੌਜ ਬਣਾਈ। ਦੁਤੀ ਨਾਮ ਅਮੀਰ ਤਹਿਮੂਰ, ਤੇ ਦੂਜਾ ਇੱਕ ਸੀ ਨਾਮ ਉਹਦਾ ਅਮੀਰ ਤਹਿਮੂਰ। ਆਇਓ ਮਾਨੋ ਪਰਲੈ ਫਤੂਰ, ਜਿਵੇਂ ਪਰਲੋਂ ਆ ਜਾਂਦੀ ਆ ਤੂਫਾਨ, ਇਹ ਮਾਨੋ ਕਿ ਤੂਫਾਨ ਬਣ ਕੇ ਆਇਆ। ਜਿਨ ਸੈਨਾ ਕਾ ਪਰਾ ਬਣਾਈ, ਤੇ ਜਿਹਨੇ ਆਪਣੀ ਫੌਜ ਦੀ ਕਤਾਰ ਬਣਾ ਕਰਕੇ ਕੋਸ 50 ਮੈਂ ਚੌੜਾਈ, ਇੰਨੀ ਫੌਜ 50 ਕੋਹ ਤੱਕ ਫੌਜ ਉਹਦੀ ਫੈਲ ਜਾਂਦੀ। ਜੋ ਜੀਵ ਤਿਨ ਅੱਗੇ ਆਵੇ, ਜਿਹੜਾ ਵੀ ਕੋਈ ਭਾਈ ਉਹਦੇ ਅੱਗੇ ਆ ਜਾਂਦਾ। ਕਤਲ ਆਮ ਵਹਿ ਕਰਤੇ ਜਾਵੇ, ਉਹ ਵੀ ਆਮ ਕਤਲ ਜੋ ਮੂਹਰੇ ਆ ਗਿਆ ਉਹਨੂੰ ਕਤਲ ਕਰਦਾ ਜਾਂਦਾ। ਆਗ ਲਗਾਈ ਗਰਾਮਨ ਜਾਰੈ, ਉਹਨੇ ਅੱਗ ਲਾ ਲਾ ਕੇ ਪਿੰਡਾਂ ਨੂੰ ਸਾੜ ਦਿੱਤਾ। ਕਰਿਓ ਮੁਲਕ ਤਿਨ ਐਸ ਉਜਾਰੈ, ਇਸ ਤਰ੍ਹਾਂ ਉਹਨੇ ਇਸ ਹਿੰਦੁਸਤਾਨ ਮੁਲਕ ਨੂੰ ਉਜਾੜਿਆ। ਅਬ ਲੋ ਤਬ ਕੇ ਥੇ ਹਜ਼ਾਰੈ, ਗਿਆਨੀ ਗਿਆਨ ਸਿੰਘ ਕਹਿੰਦੇ ਉਹਦੇ ਉਜਾੜੇ ਹੋਏ ਹੁਣ ਤੱਕ ਹਜ਼ਾਰਾਂ ਥੇ ਪਏ। ਪਰੇ ਪੇਖੀਅਤ ਹਿੰਦ ਮਝਾਰੈ, ਹਜ਼ਾਰਾਂ ਥੇ ਹੁਣ ਤੱਕ ਹਿੰਦੁਸਤਾਨ ਦੇ ਵਿੱਚ ਵੇਖੇ ਜਾਂਦੇ ਨੇ। ਜਦਪ ਪੈਰ ਜੰਮੇ ਤੇ ਨਾਹੀ, ਜਦੋਂ ਦੇਖਿਆ ਉਹਦੇ ਇੱਥੇ ਪੈਰ ਨਾ ਜੰਮੇ। ਤਦਪ ਮੁਲਕ ਗਇਓ ਵਹਿ ਗਾਹੀ, ਤਾਂ ਵੀ ਉਹ ਕਹਿੰਦੇ ਉਸ ਮੁਲਕ ਨੂੰ ਫਿਰ ਵਹਿ ਗਾਹੀ, ਗਾ ਕੇ ਉਜਾੜ ਕੇ ਚਲਿਆ ਗਿਆ। ਬਾਲ ਉਮਰ ਲੱਖੋ ਨਰ ਨਾਰੀ, ਤੇ ਲੱਖਾਂ ਬਾਲ ਉਮਰ ਬਾਲਕ ਦੇ ਬੱਚੇ ਬੱਚੀਆਂ ਨੂੰ ਪਕੜ ਲੈ ਗਇਓ ਸੁਦੇਸ਼ ਮਦਾ ਮਝਾਰੀ, ਉਹ ਆਪਣੇ ਦੇਸ਼ ਵਿੱਚ ਫੜ ਕੇ ਲੈ ਗਿਆ। ਲੂਟ ਮਾਰ ਦੌਲਤ ਬਹੁ ਲੈ ਕਰ, ਤੇ ਲੁੱਟ ਮਾਰ ਕੀਤੀ ਬਹੁਤ ਜ਼ਿਆਦਾ ਦੌਲਤ ਇਕੱਠੀ ਕਰਕੇ। ਸਮਰ ਕੰਦ ਮੇ ਗਇਓ ਲੌਟ ਫਿਰ, ਇਹ ਸਮਰ ਦਾ ਵਸਾਇਆ ਹੋਇਆ ਸੀ ਤੁਰਕਸਤਾਨ, ਇਹਦੇ ਵਿੱਚ ਬੁਖਾਰਾ, ਬਲਖ ਤੇ ਬੁਖਾਰਾ ਬਹੁਤ ਪ੍ਰਸਿੱਧ ਸ਼ਹਿਰ ਬੁਖਾਰਾ ਸੀ, ਉੱਥੇ ਚਲਿਆ ਗਿਆ। ਤੁਗਲਕ ਕਰਾ ਪੁਸ਼ਤ 9 ਰਾਜ, 9 ਪੀੜ੍ਹੀਆਂ ਗੁਰਮੁਖੋ ਤੁਗਲਕੀਆਂ ਨੇ ਰਾਜ ਕੀਤਾ। ਪੁਨ ਸੈਯਦ ਭੇ ਦੁਸ਼ਟ ਦਰਾਜ, ਫਿਰ ਸੈਯਦ ਆ ਗਏ ਜਿਹੜੇ ਬਹੁਤੇ ਜ਼ਿਆਦਾ ਦੁਸ਼ਟ ਸੀ। 1472 ਗਇਓ, ਉਸ ਸਮੇਂ 1472 ਬਿਕਰਮੀ ਸੰਮਤ ਬੀਤ ਗਿਆ। ਸ਼ਾਹੇ ਖਿਜਰ ਖਾਂ ਸੈਯਦ ਭਇਓ, ਫਿਰ ਬਾਦਸ਼ਾਹ ਬਣਿਆ ਖਿਜਰ ਖਾਂ ਸੈਯਦ ਹਿੰਦੁਸਤਾਨ ਦਾ। ਜੋ ਦੁੱਖ ਹਿੰਦਨ ਕੋ ਇਨ ਦਏ, ਜਿਹੜੇ ਫਿਰ ਹਿੰਦ ਵਾਸੀਆਂ ਨੂੰ ਇਹਨੇ ਦੁੱਖ ਦਿੱਤੇ, ਇਸ ਨੇ ਪਾਪ ਕੀਤੇ। ਉਹ ਹੁਣ ਆਪਾਂ ਕਥਾ ਅੱਗੇ ਭਾਵ ਗੁਰੂ ਮਹਾਰਾਜ ਤੱਕ ਕਿ ਉਹ ਸਮਾਂ ਆਇਆ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਉਤਾਰ ਲਿਆ। ਇੱਥੋਂ ਆਪਾਂ ਕੱਲ ਅੱਗੇ ਕਥਾ ਜਿਹੜੀ ਹੈ ਸ਼ੁਰੂਆਤ ਕਰ ਲਵਾਂਗੇ। ਆਓ ਹੁਣ ਟਾਈਮ ਦੀ ਸਮਾਪਤੀ ਹੈ। ਭੁੱਲ ਚੁੱਕ ਦੀ ਖਿਮਾ ਸਰਬੱਤ ਮਾਈ ਭਾਈ ਉਚਾਰਨ ਕਰੋ ਜੀ। ਵਾਹਿਗੁਰੂ ਨਾਮ ਜਹਾਜ ਹੈ,
ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।